ਸਿੱਖ ਚੈਨਲ ਦੇ ਜਰਮਨੀ ਦੇ ਸਟੂਡੀਓ ਵਿੱਚ ਅੱਜ ਅਸੀਂ ਉਹ ਬੀਤੇ ਦੁਖਾਂਤ ਜੋ ਅੱਜ ਤੋਂ 30 ਸਾਲ ਪਹਿਲਾਂ ਜੂਨ 1984 ਵਿੱਚ ਸਿੱਖ ਕੌਮ ਦੇ ਗੁਰਧਾਮਾਂ ਨੂੰ ਢਹਿ ਢੇਰੀ ਕਰਨਾ, ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਢਹਿ ਢੇਰੀ ਕਰਕੇ ਦਰਬਾਰ ਸਾਹਿਬ ਵਿੱਚ ਗੋਲੀਆਂ ਮਾਰਨੀਆਂ, ਅਨੇਕਾਂ ਉਹਨਾਂ ਬਿਰਧਾਂ ਨੂੰ, ਬੱਚਿਆਂ, ਬੀਬੀਆਂ ਨੂੰ ਦਰਬਾਰ ਸਾਹਿਬ ਵਿੱਚ ਸ਼ਹੀਦ ਕਰਨਾ। ਉਸ ਤੋਂ ਬਾਅਦ ਇਹ ਸਾਰਾ ਜੋ ਪ੍ਰੋਗਰਾਮ ਸੀ ਹਿੰਦੁਸਤਾਨ ਦੀ ਸਰਕਾਰ ਵੱਲੋਂ ਉਸ ਨੂੰ ਨਿਰੰਤਰ ਅੱਜ ਤੱਕ ਜਾਰੀ ਰੱਖਣਾ, ਬੀਤੇ ਪਿਛਲੇ 30 ਸਾਲ ਦੀ ਉਸ ਦਾਸਤਾਨ ਨੂੰ ਜਿਹੜੀ ਅੱਜ ਵੀ ਸਿੱਖ ਕੌਮ ਦੇ ਹਿਰਦੇ ਵਿੱਚ ਉਸੇ ਤਰ੍ਹਾਂ ਹੀ ਅਜੇ ਤੜਫ ਦਰਦ ਲੈ ਕੇ ਬੈਠੀ ਹੈ। ਅਜੇ ਉਹਦਾ ਕੋਈ ਇਨਸਾਫ ਸਿੱਖਾਂ ਨੂੰ ਨਾ ਹੀ ਮਿਲਿਆ ਤੇ ਨਾ ਕੋਈ ਮਿਲਣ ਦੀ ਆਸ ਹੈ। ਇਸ ਸਮੁੱਚੀ 30ਵੀਂ ਵਰ੍ਹੇਗੰਢ ਦੇ ਉੱਪਰ ਸਿੱਖ ਕੌਮ ਦੇ ਯੂਰਪ ਵਿੱਚ ਵੱਸਦੇ ਸਿੱਖਾਂ ਨੇ, ਉਹਨਾਂ ਪੰਥ ਦਰਦੀਆਂ ਨੇ, ਸਿੱਖ ਜਥੇਬੰਦੀਆਂ, ਗੁਰਦੁਆਰਾ ਪ੍ਰਬੰਧਕ ਕਮੇਟੀਆਂ ਤੇ ਹੋਰ ਸੰਸਥਾਵਾਂ ਨੇ ਜੋ ਰਲ ਕੇ ਉਪਰਾਲਾ ਕੀਤਾ ਹੈ। ਜੂਨ 1984 ਦੀ 30ਵੀਂ ਵਰ੍ਹੇਗੰਢ ਦੇ ਉੱਪਰ ਯੂਰਪ ਦੇ ਸਿੱਖਾਂ ਵੱਲੋਂ 14 ਜੂਨ ਜੋ 2014 ਦਿਨ ਸ਼ਨਿਚਰਵਾਰ ਨੂੰ ਜੋ ਮੁਜ਼ਾਹਰਾ ਉਲੀਕਿਆ ਗਿਆ ਬਰੁਸਲ ਦੇ ਵਿੱਚ ਪਾਰਲੀਮੈਂਟ ਦੇ ਸਾਹਮਣੇ, ਉਸ ਪ੍ਰੋਗਰਾਮ ਦੇ ਸੰਬੰਧ ਵਿੱਚ ਅੱਜ ਸਾਡੇ ਨਾਲ ਸਿੱਖ ਚੈਨਲ ਦੇ ਸਟੂਡੀਓ ਜਰਮਨੀ ਵਿੱਚ ਮੌਜੂਦ ਨੇ ਸਾਡੇ ਕੁਝ ਪਤਵੰਤ ਸੱਜਣ। ਜਿੱਥੇ ਸਾਰੇ ਆਏ ਪਤਵੰਤ ਸੱਜਣਾਂ ਨੂੰ ਜੀ ਆਇਆਂ ਆਖਦੇ ਆ, ਉੱਥੇ ਸਿੱਖ ਚੈਨਲ ਦੇ ਜ਼ਰੀਏ ਵੱਖੋ ਵੱਖਰੇ ਸਾਧਨਾਂ ਦੇ ਰਾਹੀਂ ਦੇਸ਼ਾਂ ਵਿਦੇਸ਼ਾਂ ਵਿੱਚ ਇੰਟਰਨੈਟ ਦੇ ਜ਼ਰੀਏ ਪੂਰੇ ਸੰਸਾਰ ਵਿੱਚ ਦੇਖ ਤੇ ਸੁਣ ਰਹੇ ਸਮੂਹ ਗੁਰਸਿੱਖਾਂ ਦੀ ਇੱਥੇ ਫਤਿਹ ਸਾਂਝ ਕਰਦੇ ਹਾਂ। ਉੱਥੇ ਆਏ ਪਤਵੰਤ ਸੱਜਣਾਂ ਦੇ ਨਾਲ ਵੀ ਗੁਰਫਤਿਹ ਸਾਂਝ ਕਰਦੇ ਹਾਂ। ਭਾਈ ਸਾਹਿਬ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦਾਸ ਸਾਹਿਬ ਤੋਂ ਪਹਿਲਾਂ ਇੰਟਰੋਡਕਸ਼ਨ ਕਰਾਉਂਦੇ ਜਾਈਏ। ਮੇਰੇ ਖੱਬੇ ਪਾਸੇ ਸਤਿਕਾਰਯੋਗ ਵੀਰ ਜਥੇਦਾਰ ਸਤਨਾਮ ਸਿੰਘ ਜੀ ਬੱਬਰ ਮੌਜੂਦ ਹਨ ਅੱਜ ਸਾਡੇ ਨਾਲ। ਅੱਜ ਦੇ ਇਹ ਪਹਿਲੇ ਪ੍ਰੋਗਰਾਮ ਦੇ ਵਿੱਚ ਉਸ ਜਾਣਕਾਰੀ ਦੇਣ ਵਾਸਤੇ 14 ਜੂਨ ਜੋ 2014 ਦਿਨ ਸ਼ਨਿਚਰਵਾਰ ਨੂੰ ਪ੍ਰੋਗਰਾਮ ਕੀਤਾ ਜਾ ਰਿਹਾ, ਸਾਡੇ ਨਾਲ ਮੌਜੂਦ ਹਨ। ਉਹਨਾਂ ਦੇ ਨਾਲ ਸਾਡੇ ਨਾਲ ਬੈਠੇ ਭਾਈ ਪ੍ਰਤਾਪ ਸਿੰਘ ਜੀ ਇਸ ਪ੍ਰੋਗਰਾਮ ਵਿੱਚ ਮੌਜੂਦ ਹਨ। ਉਹਨਾਂ ਦੇ ਬਿਲਕੁਲ ਨਾਲ ਬੈਠੇ ਭਾਈ ਜਤਿੰਦਰਵੀਰ ਸਿੰਘ ਜੀ ਜੋ ਸਿੱਖ ਫੈਡਰੇਸ਼ਨ ਜਰਮਨੀ ਦੇ ਜੋ ਜਨਰਲ ਸਕੱਤਰ ਹਨ। ਮੇਰੇ ਸੱਜੇ ਪਾਸੇ ਸਤਿਕਾਰਯੋਗ ਵੀਰ ਜਥੇਦਾਰ ਰੇਸ਼ਮ ਸਿੰਘ ਜੀ ਬੱਬਰ ਜੋ ਬੱਬਰ ਖਾਲਸਾ ਜਰਮਨੀ ਦੇ ਮੁੱਖ ਸੇਵਾਦਾਰ ਹਨ। ਉਹਨਾਂ ਦੇ ਨਾਲ ਹੀ ਭਾਈ ਬਲਵੀਰ ਸਿੰਘ ਜੀ ਸਿੱਖ ਫੈਡਰੇਸ਼ਨ ਇੰਟਰਨੈਸ਼ਨਲ ਦੇ ਜੋ ਇੱਕ ਸੀਨੀਅਰ ਮੀਤ ਪ੍ਰਧਾਨ ਦੇ ਨਾਤੇ ਉਹ ਆਪਣੀ ਸੇਵਾ ਨਿਭਾ ਰਹੇ ਹਨ। ਉਹਨਾਂ ਦੇ ਨਾਲ ਸਾਡੇ ਨਾਲ ਇੱਕ ਸਤਿਕਾਰਯੋਗ ਬੈਠੇ ਸਾਡੇ ਨੌਜਵਾਨ ਜੋ ਸਿੱਖ ਕੌਮ ਦੀ ਪਨੀਰੀ, ਜਿਸ ਨੇ ਆਉਣ ਵਾਲੇ ਸਮੇਂ ਵਿੱਚ ਸਿੱਖ ਕੌਮ ਦੀ ਬਾਗਡੋਰ ਨੂੰ ਸਾਂਭਣਾ ਹੈ, ਉਹ ਭਾਈ ਜਗਜੀਤ ਸਿੰਘ ਜੀ ਸੰਧੂ ਸਾਹਿਬ, ਤੇ ਉਹ ਅੱਜ ਸਾਡੇ ਨਾਲ ਆਏ ਨੇ ਇਸ ਪ੍ਰੋਗਰਾਮ ਦੇ ਵਿੱਚ। ਸਾਰਿਆਂ ਦਾ ਦਿਲ ਦੀਆਂ ਗਹਿਰਾਈਆਂ ਵਿੱਚੋਂ ਜੀ ਆਇਆਂ ਨੂੰ। ਮੈਂ ਪ੍ਰੋਗਰਾਮ ਦੀ ਸ਼ੁਰੂਆਤ ਕਰਨੀ ਚਾਹਾਂਗਾ ਭਾਈ ਜਤਿੰਦਰਵੀਰ ਸਿੰਘ ਨਾਲ। ਭਾਈ ਜਤਿੰਦਰਵੀਰ ਸਿੰਘ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ ਤੁਹਾਡੇ ਕੋਲ ਇੱਕ ਸਵਾਲ ਹੈ ਵੀ ਜੋ ਤੁਸੀਂ ਇਹ ਜੂਨ ਦਾ ਮੁਜ਼ਾਹਰਾ ਉਲੀਕਿਆ ਬਰਸਲ ਦੇ ਵਿੱਚ, ਉਸ ਮੁਜ਼ਾਹਰੇ ਦੇ ਵਿੱਚ ਤੁਸੀਂ ਕਿਸ ਨਾਮ ਥੱਲੇ ਮੁਜ਼ਾਹਰਾ ਕਰ ਰਹੇ ਹੋ? ਉਹਦੀ ਰੂਪ ਰੇਖਾ ਕਿਸ ਤਰ੍ਹਾਂ ਦੀ ਹੈ? ਭਾਈ ਗੁਰਮੀਤ ਸਿੰਘ ਜੀ, ਜਿਹੜੀ ਇਹ 30ਵੀਂ ਵਰ੍ਹੇਗੰਢ ਅਸੀਂ ਆਪਣੇ ਇਸ ਵੱਡੇ ਦੁਖਾਂਤ ਦੇ ਸੰਬੰਧ ਵਿੱਚ ਅਸੀਂ ਮਨਾ ਰਹੇ ਹਾਂ, ਜੋ ਅਕੈ ਅਤੇ ਅਸਹਿ ਦੁਖਾਂਤ ਸਾਡੇ ਨਾਲ ਜੂਨ 1984 ਦੇ ਵਿੱਚ ਵਾਪਰਿਆ ਜੀ, ਉਸ ਦੁਖਾਂਤ ਨੂੰ ਸਿੱਖ ਕੌਮ ਦੇ ਵਿੱਚ ਜੋ ਉਸ ਚੀਜ਼ ਦਾ ਦਰਦ ਹੈ, ਉਹ ਦਰਦ ਅਸੀਂ ਬਾਹਰਲੀਆਂ ਗੌਰਮੈਂਟਾਂ ਨੂੰ ਅਤੇ ਹਿੰਦੁਸਤਾਨ ਦੀ ਗੌਰਮੈਂਟ ਨੂੰ ਵੀ ਇਹ ਅਹਿਸਾਸ ਕਰਾਉਣੇ ਲਈ ਕਿ ਸਿੱਖ ਕੌਮ ਨੇ ਉਸ ਦਰਦ ਨੂੰ ਆਪਣੇ ਸੀਨੇ ਦੇ ਵਿੱਚੋਂ ਹਜੇ ਕੱਢਿਆ ਨਹੀਂ ਹੈ, ਜਿੰਨਾ ਚਿਰ ਉਸ ਚੀਜ਼ ਦਾ ਇਨਸਾਫ ਸਿੱਖ ਕੌਮ ਨੂੰ ਨਹੀਂ ਮਿਲਦਾ ਹੈਗਾ। ਠੀਕ। ਉਸ ਚੀਜ਼ ਨੂੰ ਵੱਡੇ ਪੱਧਰ ਤੇ ਮਨਾਉਣ ਲਈ ਕਿ ਕੋਈ ਮਤ ਸਮਝੇ ਕਿ 30 ਸਾਲਾਂ ਦੇ ਵਿੱਚ ਸ਼ਾਇਦ ਸਿੱਖ ਕੌਮ ਦਾ ਜੋ ਉਹ ਦਰਦ ਹੈ ਉਹ ਮੱਠਾ ਪੈ ਗਿਆ ਹੈ, ਜਾਂ ਸਿੱਖ ਕੌਮ ਦੇ ਹੌਸਲੇ ਜਿਹੜੇ ਉਹ ਥੱਲੇ ਡਿੱਗ ਗਏ ਹਨ ਜੀ, ਉਸ ਨੂੰ ਇੱਕ ਬਹੁਤ ਵੱਡੇ ਪੱਧਰ ਤੇ ਮਨਾਉਣ ਵਾਸਤੇ ਜੋ ਯੂਰਪੀਅਨ ਯੂਨੀਅਨ ਦੀ ਪਾਰਲੀਮੈਂਟ ਹੈ ਬਰੂਸਲ ਦੇ ਵਿੱਚ, ਉਸ ਦੇ ਸਾਹਮਣੇ ਸਾਰੇ ਜੋ ਯੂਰਪ ਦੇ ਪ੍ਰਮੁੱਖ ਪੰਥਕ ਧਿਰਾਂ ਸਨ, ਉਹਨਾਂ ਨੇ ਸਲਾਹ ਕਰਕੇ ਇਹ ਵਿਚਾਰ ਕੀਤਾ ਕਿ ਅਸੀਂ 30ਵੀਂ ਵਰ੍ਹੇਗੰਢ ਯੂਰਪੀਅਨ ਪਾਰਲੀਮੈਂਟ ਬਰੂਸਲ ਦੇ ਸਾਹਮਣੇ ਅਸੀਂ ਵੱਡਾ ਰੋਸ ਮੁਜ਼ਾਹਰਾ ਕਰੀਏ। ਉਸ ਦਾ ਵੱਡਾ ਕਾਰਨ ਇਹ ਸੀ ਕਿ ਉਹ ਮੁਜ਼ਾਹਰਾ ਹਿੰਦੁਸਤਾਨ ਦੀ ਸਰਕਾਰ ਦੇ ਖਿਲਾਫ ਆ ਜੀ, ਜੋ ਹਿੰਦੁਸਤਾਨ ਦੀ ਸਰਕਾਰ ਨੇ 1984 ਦੇ ਵਿੱਚ ਸਿੱਖਾਂ ਦੇ ਨਾਲ ਕੀਤਾ, ਜਾਂ ਹੋਰ ਘੱਟ ਗਿਣਤੀਆਂ ਦੇ ਨਾਲ ਜੋ ਪਿਛਲੇ 66 ਸਾਲਾਂ ਦੇ ਵਿੱਚ ਜ਼ੁਲਮ ਹੋਇਆ ਹੈਗਾ, ਉਹ ਸਾਰੇ ਹਿੰਦੁਸਤਾਨ ਦੇ ਉਸ ਚਿਹਰੇ ਨੂੰ ਅਸੀਂ ਦੁਨੀਆ ਦੇ ਸਾਹਮਣੇ ਰੱਖਣਾ ਹੈਗਾ। ਮੁਜ਼ਾਹਰਾ ਦਾ ਮੇਨ ਥੀਮ ਸਾਡਾ ਜੋ ਦੁਸ਼ਮਣ ਹੈਗਾ, ਜਿਸ ਨੇ ਸਾਡੇ ਨਾਲ ਜ਼ੁਲਮ ਕੀਤਾ, ਉਹ ਹਿੰਦੁਸਤਾਨ ਦੀ ਗੌਰਮੈਂਟ ਹੈ।
ਉਸ ਗਵਰਨਮੈਂਟ ਨੂੰ ਹੀ ਭੰਡਣ ਵਾਸਤੇ ਅਸੀਂ ਯੂਰਪੀਅਨ ਯੂਨੀਅਨ ਦੇ ਮੂਹਰੇ, ਜਿੱਥੇ 26 ਮੁਲਕਾਂ ਦੀ ਉਹ ਯੂਨੀਅਨ ਹੈਗੀ ਆ, ਠੀਕ, ਜਿੱਥੇ ਅਸੀਂ ਵੱਡੇ ਪੱਧਰ ਤੇ ਇਹਨਾਂ ਸਾਰੀਆਂ ਸਰਕਾਰਾਂ ਨੂੰ ਦੱਸਣਾ ਚਾਹੁੰਦੇ ਆ ਕਿ ਹਿੰਦੁਸਤਾਨ ਦਾ ਅਸਲੀ ਚਿਹਰਾ ਕੀ ਹੈਗਾ। ਜਹਦਰ ਰੇਸ਼ਮ ਸਿੰਘ ਜੀ, ਤੁਸੀਂ ਜਿਹੜਾ ਇਹ ਮੁਜ਼ਾਹਰਾ ਲਿਖਿਆ, ਇਹ ਮੁਜ਼ਾਹਰਾ ਕਿਸ ਜਥੇਬੰਦੀ ਵੱਲੋਂ ਹੈ, ਕਿਹਨਾਂ ਵਿਅਕਤੀਆਂ ਵੱਲੋਂ ਲਿਖਿਆ ਗਿਆ, ਕਿਸ ਤਰ੍ਹਾਂ ਦੇ ਇਹਦੇ ਰੂਪਰੇਖਾ ਹੈ, ਤੇ ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਸਰ ਗੁਰਮੀਤ ਸਿੰਘ ਜੀ, ਇਹਦੇ ਬਾਰੇ ਕਾਫੀ ਵਿਚਾਰ ਹੋਈ ਅੱਜ ਤੋਂ ਕੋਈ 2-3 ਮਹੀਨੇ ਪਹਿਲਾਂ ਜੀ। ਸਿੰਘਾਂ ਨੇ ਵਿਚਾਰ ਕੀਤੀ ਬਹਿ ਕੇ ਵੀ ਜਿਹੜਾ ਸਿੱਖ ਫॉर ਫਰੀडम ਦੇ ਪਲੇਟਫਾਰਮ ਥੱਲੇ ਮੁਜ਼ਾਹਰਾ ਹੋਏਗਾ ਜੀ, ਉਹਦੇ ਬਾਰੇ ਇੱਕ ਮੀਡੀਆ 'ਚ ਵੀ ਦਿੱਤਾ ਗਿਆ, ਰਾਏ ਲਈ ਗਈ ਹੈ। ਯੂਰਪ ਦੀਆਂ ਪ੍ਰਬੰਧਕ ਕਮੇਟੀਆਂ, ਪੰਥਕ ਜਥੇਬੰਦੀਆਂ ਤੋਂ 3 ਹਫ਼ਤੇ ਦਾ ਸਮਾਂ ਦਿੱਤਾ ਸੀ ਜੀ। 3 ਹਫ਼ਤੇ ਦੀ ਬਜਾਏ 6 ਹਫ਼ਤੇ ਦੀ ਕਰਕੇ ਬਹੁਤੇ ਸਾਨੂੰ ਸੁਝਾਅ ਇਹ ਆਏ ਵੀ ਜਿਹੜੀ ਯੂਰਪੀਅਨ ਪਾਰਲੀਮੈਂਟ ਦੇ ਮੂਹਰੇ ਕਰਨਾ ਚਾਹੀਦਾ ਹੈ, ਕਿਉਂਕਿ ਅਸੀਂ 30 ਸਾਲ ਤੋਂ ਹਿੰਦੁਸਤਾਨ ਦੀ ਅਵੈਸੀ ਦੇ ਮੂਹਰੇ ਕਰਕੇ ਅਸੀਂ ਹਰੇਕ ਕਰਦੇ ਗਾਂ ਵੀ ਕਰਾਂਗੇ, ਅਸੀਂ ਭਾਜੂ ਨਹੀਂ ਉਹ ਚੀਜ਼ ਤੋਂ। ਕਈ ਲੋਕੀ ਸੋਚਦੇ ਸ਼ਾਇਦ ਇਹ ਛੱਡ ਗਏ ਨੇ ਜੀ, ਲੇਕਿਨ ਅਸੀਂ ਉਹ ਚੀਜ਼ ਨੂੰ ਅੱਗੇ ਤੋਰਨਾ ਚਾਹੁੰਦੇ ਹਾਂ ਵੀ ਯੂਰਪੀਅਨ ਪਾਰਲੀਮੈਂਟ ਦੇ ਮੂਹਰੇ ਅਸੀਂ ਜਿੱਥੇ ਆਪਣਾ ਦੁਖਾਂਤ ਰੱਖਣਾ, ਉੱਥੇ ਅਸੀਂ ਆਪਣੀ ਮੰਗ ਰਾਜ ਭਾਗ ਦੀ, ਖਾਲਿਸਤਾਨ ਦੀ ਵੀ ਰੱਖਣੀ ਆ ਵੀ ਸਾਨੂੰ ਸਾਡਾ ਰਾਜ ਦਿਵਾਓ। ਸਾਡੇ ਨਾਲ ਇਹ ਅਤਿਆਚਾਰ ਹੋਇਆ, ਸਾਡੇ ਗੁਰਦੁਆਰੇ ਢਾਏ ਗਏ ਆ, ਜਗੇ ਸਤੇ ਅਕਾਲ ਤਖ਼ਤ ਤੇ ਟਿਆ ਹੋਇਆ, ਨਾਲ ਹੋਰ 37 ਗੁਰਦੁਆਰਿਆਂ ਤੇ ਹੋਇਆ, ਬੱਚੇ ਬੁੱਢਿਆਂ ਨੂੰ ਸ਼ਹੀਦ ਕੀਤਾ ਗਿਆ ਆ। ਸਾਡੀ ਸਿੱਖ ਕੌਮ ਦੀ ਉੱਥੇ ਕੋਈ ਸੇਫਟੀ ਨਹੀਂ ਹੈ, ਅਸੀਂ ਆਪਣਾ ਵੱਖਰਾ ਇੰਡੀਪੈਂਡੈਂਟ ਰਾਜ ਚਾਹੁੰਦੇ ਹਾਂ ਜੀ। ਜਿਹੜੇ ਤੁਸੀਂ ਸਿੱਖ ਫॉर ਫਰੀडम ਦੀ ਗੱਲ ਕੀਤੀ ਹੈ, ਜੇ ਸਿੱਖ ਫॉर ਫਰੀडम ਹੈ, ਇਹ ਕੋਈ ਜਰਮਨ ਦੀ ਜਥੇਬੰਦੀ ਹੈ ਜਾਂ ਕਿ ਯੂਰਪ ਦੇ ਵਿੱਚ ਜਥੇਬੰਦੀ ਹੈ? ਇਹਦੇ ਮੁਖੀ ਕੌਣ ਨੇ, ਜਾਂ ਕਿਸ ਤਰ੍ਹਾਂ ਤੁਸੀਂ ਇਹਨੂੰ ਜਥੇਬੰਦੀ ਨੂੰ ਇਸ ਨਾਮ ਥੱਲੇ ਜੋ ਮੁਜ਼ਾਹਰਾ ਕਰ ਰਹੇ ਹੋ, ਇਸ ਨੂੰ ਕਿਵੇਂ ਆਰਗੇਨਾਈਜ਼ ਕਰ ਰਹੇ ਹੋ ਤੁਸੀਂ ਅੱਗੇ? ਵੈਸੇ ਜੀ ਇਹ ਹਰ ਉਸ ਸਿੱਖ ਦੀ ਜਥੇਬੰਦੀ ਜਿਹੜਾ ਆਜ਼ਾਦੀ ਪਸੰਦ ਸਿੱਖ ਆ ਜੀ, ਉਹਦੀ ਇਹ ਜਥੇਬੰਦੀ, ਇਹਦਾ ਕੋਈ ਪ੍ਰਧਾਨ, ਕੋਈ ਜਨਰਲ ਸਕੱਤਰ ਨਿਗਾ, ਸਾਰੇ ਸਿੱਖ ਇਹਦੇ ਵਿੱਚ ਸ਼ਮੂਲੀਅਤ ਹੈ। ਵੈਸੇ ਅਸੀਂ ਇਹ ਯੂਰਪ ਲੈਵਲ ਤੇ ਹੈ, ਵਰਲਡ ਵਾਈਡ ਵੀ ਅਗਾਂਹ ਕੰਮ ਕਰੇਗੀ। ਇਹ ਦੁਨੀਆ ਦੇ ਕੋਨੇ-ਕੋਨੇ ਜਿਹੜਾ ਸਿੱਖ ਆਪਣੀ ਆਜ਼ਾਦੀ ਦੀ ਮੰਗ ਕਰ ਰਿਹਾ ਆ। ਵੈਸੇ ਤਾਂ ਜਿਹੜਾ ਗੁਰੂ ਗ੍ਰੰਥ ਸਾਹਿਬ ਨੂੰ ਮੰਨਦਾ ਆ, ਬਾਣੀ ਅਨੁਸਾਰ ਚੱਲਦਾ, ਤਾਂ ਉਹ ਆਜ਼ਾਦ ਪਸੰਦ ਸਿੱਖ ਹੈ ਜੀ। ਭਗਤ ਕਬੀਰ ਜੀ ਕਹਿੰਦੇ ਨੇ, ਬਾਰ ਪਰ ਆਇਆ ਬੈਸਣਾ ਸਾਈਂ ਮੁਝ ਨਾ ਦੇ, ਜੇਸੂ ਐਸੇ ਰਖਸੀ ਜਿਉ ਸਰੀਰੋ ਲੈ। ਜੋ ਅਸੀਂ ਬਾਣੀ ਅਨੁਸਾਰ ਚੱਲਦੇ ਤਾਂ ਹਰ ਸਿੱਖ ਆਜ਼ਾਦ ਪਸੰਦ ਹੈ, ਆਜ਼ਾਦੀ ਪਸੰਦ ਹੈ। ਅਸੀਂ ਉਸ ਇੱਕ ਪਲੇਟਫਾਰਮ ਹੈ ਜਿਹਦੇ ਸਾਡੇ ਸਾਰੀਆਂ ਜਥੇਬੰਦੀਆਂ, ਸਾਰੀਆਂ ਪ੍ਰਬੰਧਕ ਕਮੇਟੀਆਂ ਇਸ ਪਲੇਟਫਾਰਮ ਤੇ ਕੰਮ ਕਰ ਰਹੀਆਂ। ਜਹਦਰ ਸਤਨਾਮ ਸਿੰਘ ਜੀ, ਮੈਂ ਤੁਹਾਡੇ ਕੋਲ ਇਹ ਸਵਾਲ ਪੁੱਛਣਾ ਚਾਹੁੰਦਾ, ਜਦੋਂ ਤੁਸੀਂ ਹੁਣ ਜਿਹੜਾ ਯੂਰਪ ਪਾਰਲੀਮੈਂਟ ਦੇ ਅੱਗੇ ਤੁਸੀਂ ਮੁਜ਼ਾਹਰਾ ਰੱਖਿਆ ਜੀ, ਕੀ ਇਹ ਮੁਜ਼ਾਹਰਾ ਜਦੋਂ ਤੁਸੀਂ ਪਿਛਲੇ 30 ਸਾਲ ਤੋਂ ਜਦੋਂ ਦਾ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਅਟੈਕ ਹੋਇਆ, ਜਰਮਨ ਦੀ ਜਥੇਬੰਦੀਆਂ, ਜੇ ਇੱਥੇ ਜਰਮਨ ਦੇ ਸਿੱਖਾਂ ਦੀ ਗੁਰਦੁਆਰਾ ਸਾਹਿਬਾਨਾਂ ਦੇ ਸਹਿਯੋਗ ਦੇ ਨਾਲ ਜਰਮਨ ਦੇ ਸਿੱਖਾਂ ਨੇ ਹਮੇਸ਼ਾ ਮੁਜ਼ਾਹਰਾ ਜਿਹੜਾ ਆਪਣੇ ਇੰਡੀਅਨ ਕੌਂਸਲੇਟ ਦੇ ਸਾਹਮਣੇ ਜਾਂ ਵੈਸੀ ਸਾਹਮਣੇ ਕਰਦੇ ਰਹੀਆਂ ਨੇ, ਕੀ ਕਾਰਨ ਹੈ ਤੁਸੀਂ ਇੱਥੇ ਜੋ ਮੁਜ਼ਾਹਰਾ ਯੂਰਪ ਪਾਰਲੀਮੈਂਟ ਦੇ ਮੂਹਰੇ ਰੱਖ ਰਹੇ ਹੋ? ਕੀ ਤੁਸੀਂ ਮਹਿਸੂਸ ਕਰਦੇ ਹੋ ਸਾਨੂੰ ਇਹਦਾ ਕੋਈ ਪਹਿਲਾਂ ਫਾਇਦਾ ਹੋਇਆ, ਜੇ ਕੋਈ ਫਾਇਦਾ, ਜਾਂ ਅਸੀਂ ਆਪਣੀ ਗੱਲ ਜਿਹੜੀ ਹੈ ਤੁਹਾਡੀ ਜਿੱਥੇ ਪਹੁੰਚਾਉਣੀ ਚਾਹੁੰਦੇ ਹੋ ਉੱਥੇ ਪਹੁੰਚਦੀ ਆ? ਸਰਦਾਰ ਗੁਰਮੀਤ ਸਿੰਘ ਜੀ, ਸਭ ਤੋਂ ਪਹਿਲਾਂ ਮੈਂ ਸਮੂਹ ਸੰਗਤਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਜਾਉਂਦਾ ਹਾਂ। ਔਰ ਜਿਹੜਾ ਤੁਸੀਂ ਸਵਾਲ ਇਹ ਰੱਖਿਆ ਕਿ ਵੀ ਕੀ ਇਹਦਾ ਫਾਇਦਾ ਜ਼ਿਆਦਾ ਹੋ ਸਕਦਾ, ਤਾਂ ਮੈਂ ਇਹ ਕਹਾਂਗਾ, ਕਿਉਂਕਿ ਜਿਹੜੀ ਯੂਰਪੀਅਨ ਪਾਰਲੀਮੈਂਟ ਦੇ ਮੂਹਰੇ ਆਪਣੀ ਕੌਮ ਦੀ ਗੱਲ ਕਰਨੀ ਆ ਵੀ ਜੋ ਅਤਿਆਚਾਰ, ਜੋ ਜ਼ੁਲਮ ਸਾਡੇ ਉੱਪਰ ਹੋਏ ਨੇ, ਔਰ ਜਿਹਦੇ ਨਾਲ ਅਸੀਂ ਜੋ ਇੱਕ ਅਜਮਾ ਕੇ ਦੇਖੀ ਗੱਲ ਕਿ ਜਿਵੇਂ ਆਪਣੇ ਭਾਈ ਰਾਜੋਆਣਾ, ਬਲਵੰਤ ਸਿੰਘ ਰਾਜੋਆਣਾ ਦੀ ਗੱਲ ਨੂੰ ਅਸੀਂ ਲੈ ਕੇ ਵੀ ਉੱਥੇ ਇੱਕ ਪ੍ਰੋਟੈਸਟ ਕੀਤਾ ਸੀ, ਔਰ ਉਹਦੇ ਤੋਂ ਬਾਅਦ ਦੇ ਵਿੱਚ ਵੀ ਭਾਈ ਪ੍ਰੋਫੈਸਰ ਭੁੱਲਰ ਦੇ ਲਈ ਵੀ ਜਿਹੜੀਆਂ ਭਾਰਤ ਦੇ ਵਿੱਚ ਜੋ ਆਪਣੀ ਗੱਲ ਕੀਤੀ ਆ, ਔਰ ਇਹਨਾਂ ਸਰਕਾਰਾਂ ਦਾ ਬਹੁਤ ਪ੍ਰਭਾਵ ਪਿਆ, ਜਿਹਦੇ ਨਾਲ ਮਤਲਬ ਜਿਹੜੀ ਆ ਬਹੁਤ ਰਾਹਤ ਮਿਲੀ ਆ ਸਿੱਖ ਕੌਮ ਨੂੰ। ਔਰ ਸਾਡੀ ਇਹ ਗੱਲ ਜਿਹੜੀ ਆ, ਸਾਡੀ ਜਿਹੜੀ ਦੁਖਦਾਈ ਗੱਲ ਜਿਹੜੀ ਆ, ਉਹ ਦੁਨੀਆ ਦੇ ਮੀਡੀਆ ਦੇ ਵਿੱਚ ਇੰਟਰਨੈਸ਼ਨਲ ਤੌਰ ਤੇ ਪੂਰੀ ਦੁਨੀਆ ਦੇ ਵਿੱਚ ਸੁਣੀ ਗਈ ਆ। ਔਰ ਇਸੇ ਗੱਲ ਨੂੰ ਹੀ ਲੈ ਕੇ ਜਿਹੜਾ ਜੋ ਇਹ ਪ੍ਰੋਗਰਾਮ ਲਿਖਿਆ ਗਿਆ ਵੀ ਜਿਹੜਾ ਯੂਰਪੀਅਨ ਪਾਰਲੀਮੈਂਟ ਦੇ ਮੂਹਰੇ ਮੁਜ਼ਾਹਰਾ ਕਰਕੇ ਔਰ ਉਹਨਾਂ ਨੂੰ ਮੈਮੋਰੈਂਡਮ ਦਿੱਤਾ ਜਾਵੇ ਵੀ ਜਿਹੜਾ ਇਹ ਜ਼ੁਲਮ ਹੈ ਉਸ ਬੰਦ ਹੋਵੇ, ਔਰ ਜਿਹੜੇ ਸਿੱਖਾਂ ਦਾ ਸੰਘਰਸ਼, ਸਿੱਖਾਂ ਦੀ ਖਾਲਿਸਤਾਨ ਦੀ ਲਹਿਰ ਦਾ ਜੋ ਮੰਗਿਆ ਸਿੱਖਾਂ ਦੀ, ਵੀ ਉਹਦੇ ਲਈ ਮਤਲਬ ਜਿਹੜਾ ਡੰਗਾਈ ਦੇ ਨਾਲ ਇਹ ਸਰਕਾਰਾਂ ਵੀ ਸੋਚਣ। ਕਿਉਂਕਿ ਜੇ 1947 ਦੇ ਵਿੱਚ ਕੀਤੇ ਹੋਏ ਵਾਅਦੇ, 1947 ਦੇ ਵਿੱਚ ਬ੍ਰਿਟਿਸ਼ ਗੌਰਮੈਂਟ ਵੱਲੋਂ ਜੋ ਹਿੰਦੁਸਤਾਨ ਨੂੰ ਆਜ਼ਾਦ ਕਰਨ ਤੇ ਜਿਹੜੇ ਮਸਲੇ ਸਾਡੇ ਸਾਹਮਣੇ ਅੱਜ ਵੀ ਉਹ ਆ ਰਹੇ ਨੇ, ਔਰ ਉਹ ਦੁਖਦਾਈ ਬਣਦੇ ਗਏ, ਜਿਹਦੇ ਨਾਲ ਜੂਨ 84 ਦਾ ਘੱਲੂ ਘਰ ਦੇ ਵਿੱਚ ਜੋ ਨਿਹੱਕੇ ਤੇ ਮਾਸੂਮ ਲੋਕਾਂ ਨੂੰ ਉੱਥੇ ਮਾਰਿਆ ਗਿਆ। ਔਰ ਸਭ ਤੋਂ ਦੁਖਦਾਈ ਇਹ ਗੱਲ ਵੀ ਸੀ
ਕਿ ਜੋ ਪੰਜਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਗੁਰਪੁਰਬ ਤੇ ਵੀ ਜਿੱਥੇ ਕਿ ਬਹੁਤ ਇਕੱਠ ਨੂੰ ਹੋਣ ਦੇ ਅਸਾਰ ਨੂੰ ਲੈ ਕੇ ਸਿੱਖਾਂ ਦੇ ਬੱਚਿਆਂ ਨੂੰ ਜਾਂ ਸਿੱਖ ਸੰਗਤਾਂ ਨੂੰ ਉੱਥੇ ਮਾਰਨਾ ਹਿੰਦੁਸਤਾਨ ਦੀ ਗੌਰਮੈਂਟ ਵੱਲੋਂ ਬਹੁਤ ਹੀ ਇੱਕ ਘਿਨਾਉਣੀ ਹਰਕਤ ਸੀ, ਔਰ ਜਿਹਦੇ ਨਾਲ ਅੱਜ ਵੀ ਸਿੱਖਾਂ ਦੇ ਮਨਾਂ ਦੇ ਵਿੱਚ ਬਹੁਤ ਰੋਸ ਹੈ। ਬਿਲਕੁਲ ਇਸ ਗੱਲ ਨਾਲ ਤੁਹਾਡੀ ਗੱਲ ਨਾਲ ਸਹਿਮਤ ਹਾਂ ਵੀ ਉੱਥੇ ਪੰਚਮ ਪਾਤਸ਼ਾਹ ਦੇ ਜੋ ਸ਼ਹੀਦੀ ਪੁਰਬ ਉੱਪਰ ਇੰਨੀਆਂ ਸੰਗਤਾਂ ਦੇ ਇਕੱਠ ਹੋਣ ਤੇ ਜੋ ਉੱਥੇ ਇਹ ਭਾਣਾ ਵਰਤਿਆ ਜਾਂ ਗੌਰਮੈਂਟ ਅਟੈਕ ਕੀਤਾ, ਇਹ ਸੁਭਾਵਿਕ ਗੱਲਾਂ ਨੇ ਵੀ ਜੇ ਜਿਹੜਾ ਦੁਸ਼ਮਣ ਨੇ ਤਾਂ ਉਹ ਸਮਾਂ ਦੇਖਣਾ ਕਿਸ ਸਮੇਂ ਮੈਂ ਆਪਣੇ ਵਿਰੋਧੀ ਦਾ ਨੁਕਸਾਨ ਕਿੰਨਾ ਜ਼ਿਆਦਾ ਕਰ ਸਕਦਾ ਹੈ। ਉਹਦੀ ਆਪਣੀ ਚਾਲ ਸੀਗੀ। ਸਿੱਖ ਕੌਮ ਬੜੇ ਘੱਲੂਘਾਰਿਆਂ ਦੇ ਵਿੱਚ ਨਿਕਲੀ ਹੈ ਪਰ ਹਮੇਸ਼ਾ ਹੀ ਤੱਤਪਰ ਹੋ ਕੇ ਨਿਕਲੀ ਆ। ਭਾਈ ਬਲਵੀਰ ਸਿੰਘ ਜੀ, ਮੈਂ ਤੁਹਾਡੇ ਨਾਲ ਗੱਲ ਕਰਨੀ ਚਾਹੁੰਦਾ ਵੀ ਜਿਹੜਾ ਸਿੱਖ ਫਾਰ ਫਰੀडम ਅਰੋਪਾ ਜਿਹੜੀ ਤੁਹਾਡੀ ਜਥੇਬੰਦੀ ਹੈ ਜਿਸ ਦੇ ਨਾਂ ਥੱਲੇ ਤੁਸੀਂ ਇਹ ਕੰਮ ਕਰ ਰਹੇ ਹੋ, ਜਿਹੜਾ ਯੂਰਪ ਦਾ ਮੁਜ਼ਾਹਰਾ ਕਰ ਰਹੇ ਹੋ, ਕੀ ਇਹ ਮੁਜ਼ਾਹਰੇ ਤੋਂ ਪਹਿਲਾਂ ਕਿਤੇ ਤੁਹਾਡੀ ਕੋਈ ਮੀਟਿੰਗ ਜਾਂ ਕੋਈ ਸੰਗਤਾਂ ਹੋਰ ਜਿਹੜੇ ਯੂਰਪ ਦੀਆਂ ਨੇ ਉਹਨਾਂ ਨਾਲ ਤੁਹਾਡਾ ਕਿਸ ਤਰ੍ਹਾਂ ਦਾ ਕੋਈ ਸੰਪਰਕ ਹੋਇਆ ਜਾਂ ਉਹਨੂੰ ਸੱਦਾ ਪੱਤਰ ਦਿੱਤਾ, ਕੋਈ ਸੁਝਾਅ ਮੰਗੇ? ਵਾਹਿਗੁਰੂ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਹ ਪਹਿਲਾਂ ਤਾਂ ਮੀਡੀਆ ਰਾਹੀਂ ਦਿੱਤੀ ਗਈ ਅਖਬਾਰਾਂ ਦੇ ਵਿੱਚ ਖਬਰ ਦਿੱਤੀ ਗਈ ਸੀ ਜੀ, ਤੇ ਇਹ ਪ੍ਰੋਗਰਾਮ ਲਿਖਣ ਦੇ ਲਈ ਫਿਰ ਉਹਦੇ ਵਿੱਚ ਚੰਗੇ ਸੁਝਾਅ ਮਿਲੇ ਤਾਂ ਪਿੱਛੇ ਸੋਮਵਾਰ ਨੂੰ ਮੀਟਿੰਗ ਵੀ ਹੋਈ ਆ ਬਰੂਸਲ ਦੇ ਵਿੱਚ। ਉਹਦੇ ਵਿੱਚ ਪਹਿਲਾਂ ਤਾਂ ਸ਼ੁੱਕਰਵਾਰ ਦਾ ਮੁਜ਼ਾਹਰਾ ਰੱਖਿਆ ਗਿਆ ਸੀ ਤੇ ਲੋਕਾਂ ਦੇ ਸੁਝਾਵਾਂ ਦੇ ਨਾਲ ਚੰਗਾ ਹੰਗਾਰਾ ਮਿਲਣ ਦੇ ਨਾਲ ਲੋਕਾਂ ਨੇ ਕਿਹਾ ਵੀ ਸ਼ਨੀਵਾਰ ਨੂੰ ਜੇ ਮੁਜ਼ਾਹਰਾ ਰੱਖਿਆ ਤਾਂ ਵੱਧ ਤੋਂ ਵੱਧ ਸੰਗਤ ਆ ਸਕਦੀ ਹੈ, ਜ਼ਿਆਦਾ ਇਕੱਠ ਹੋ ਸਕਦਾ ਤੇ ਯੂਰਪੀਅਨ ਪਾਰਲੀਮੈਂਟ ਮੋਰੇ ਲੋਕਾਂ ਨੂੰ ਪਤਾ ਲੱਗ ਸਕਦਾ ਵੀ ਸਿੱਖਾਂ ਨੂੰ ਕੋਈ ਪ੍ਰੋਬਲਮ ਹੈ ਤੇ ਜੀ, ਕਿਉਂਕਿ ਡੋਚ ਜਿੰਨੇ ਵੀ ਹੁੰਦੇ ਸਾਰੇ ਮਿਨਿਸਟਰ ਸਾਰੀਆਂ ਕੰਟਰੀਆਂ ਦੇ ਉੱਤੇ ਹੁੰਦੇ ਉਹਨਾਂ ਨੂੰ ਸਾਰਿਆਂ ਨੂੰ ਪਤਾ ਹੋਊਗਾ ਵੀ ਸਿੱਖਾਂ ਦੇ ਨਾਲ ਅਤਿਆਚਾਰ ਹੋਇਆ ਵੀ ਇਹਨੇ ਸਿੱਖ ਇਕੱਠੇ ਕਾਹਲੇ ਹੋਏ ਆ। ਗੋਰੇ ਉੱਦਾਂ ਵੀ ਪੁੱਛਣਗੇ ਆ ਕੇ ਵੀ ਇਹਨਾਂ ਸਿੱਖ ਇਕੱਠੇ ਹੋਏ, ਇਹਨਾਂ ਨੂੰ ਕੀ ਪ੍ਰੋਬਲਮ ਹੈ। ਅੱਛਾ, ਜਿਹੜਾ ਅਸੀਂ ਸੰਗਤਾਂ ਨੂੰ ਜਿਵੇਂ ਤੁਹਾਡੇ ਕੋਲ ਜਾਣਕਾਰੀ ਮਿਲਣ ਅਨੁਸਾਰ ਇੱਥੇ ਦੱਸਦੇ ਚੱਲੀਏ ਕਿ ਸਿੱਖ ਫॉर ਫਰੀडम ਜੋ ਅਰੋਪਾ ਜਥੇਬੰਦੀ ਹੈ ਇੱਕ ਨਾਂ ਹੈ, ਇਹਦੇ ਥੱਲੇ ਜਿਹੜਾ ਬੰਦਾ ਜਿਸ ਤਰ੍ਹਾਂ ਦੀ ਵਰਕ ਕਰੂਗਾ ਉਹ ਉਹਦੇ ਵਿੱਚ ਸੇਵਾ ਕਰ ਸਕਦਾ, ਇਹਦਾ ਕੋਈ ਪ੍ਰਧਾਨ ਨਹੀਂ ਹੈ। ਤੇ ਜਿਹੜਾ ਇਹ 14 ਜੂਨ ਨੂੰ ਅਸੀਂ ਮੁਜ਼ਾਹਰਾ ਜੋ ਸਿੱਖ ਜਥੇਬੰਦੀਆਂ ਯੂਰਪ ਦੀਆਂ ਨੇ, ਸਿੱਖਾਂ ਨੇ ਪੰਥ ਦੱਸਦੀਆਂ ਨੇ, ਜੋ ਉਲੀਕਿਆ ਪ੍ਰੋਗਰਾਮ ਹੈ, ਇਹ ਤੁਹਾਡੇ ਲੰਬੇ ਸਮੇਂ ਤੋਂ ਸੁਝਾਵਾਂ ਲੈਣ ਤੋਂ ਬਾਅਦ ਦਾ ਪ੍ਰੋਗਰਾਮ ਲਿਖਿਆ ਗਿਆ। ਮੈਂ ਭਾਈ ਜਤਿੰਦਰਵੀਰ ਸਿੰਘ ਤੁਹਾਡੇ ਫੇਰ ਦੁਬਾਰਾ ਆਊਂਗਾ। ਤੋਂ ਪਹਿਲਾਂ ਮੈਂ ਭਾਈ ਪ੍ਰਤਾਪ ਸਿੰਘ ਨਾਲ ਗੱਲ ਕਰਨੀ ਚਾਹੁੰਦਾ। ਭਾਈ ਪ੍ਰਤਾਪ ਸਿੰਘ, ਜਦੋਂ ਤੁਸੀਂ ਪਿਛਲੇ ਹਫਤੇ ਜਿਹੜੀ ਹੈ ਸੋਮਵਾਰ ਦੀ ਮੀਟਿੰਗ ਕੀਤੀ ਸੀਗੀ ਬੈਲਜੀਅਮ ਦੇ ਵਿੱਚ, ਉਸ ਵਿੱਚ ਤੁਸੀਂ ਵੀ ਮੌਜੂਦ ਸੀਗੇ, ਉਹਦੇ ਵਿੱਚ ਜੋ ਉੱਥੇ ਦੀਆਂ ਸੰਗਤਾਂ ਨੇ ਉਹਨਾਂ ਵੱਲੋਂ ਕਿਸ ਤਰ੍ਹਾਂ ਤੁਹਾਨੂੰ ਹੰਗਾਰਾ ਮਿਲਿਆ? ਉੱਥੇ ਦੀ ਗੁਰੂ ਪਿਆਰੋ ਸੰਗਤਾਂ ਨੇ ਸਾਰਾ ਆਪਾਂ ਨੂੰ ਪੂਰਾ ਸਹਿਯੋਗ ਕੀਤਾ। ਗੁਰਦੁਆਰੇ ਦੇ ਵਿੱਚ ਜਾ ਕੇ ਇਕੱਲੇ ਗੁਰਦੁਆਰੇ ਵਿੱਚ ਆਪਾਂ ਅਪੀਲਾਂ ਵੀ ਕੀਤੀਆਂ ਆ। ਉਹਨਾਂ ਨੇ ਹਰ ਇੱਕ ਤਰ੍ਹਾਂ ਦਾ ਸਹਿਯੋਗ ਆਪਾਂ ਨੂੰ ਦੇਣ ਦੇ ਨੇ, ਜੋ ਵਚਨਬੱਧ ਹੈ ਆਪਣੇ ਨਾਲ ਤੇ ਵੱਧ ਚੜ੍ਹ ਕੇ ਕਹਿੰਦੇ ਵੀ ਜਿੰਨੀ ਵੀ ਸੇਵਾ ਸਾਡੇ ਹੋਣਗੇ ਆਪਾਂ ਤਿਆਰ। ਭਾਈ ਜਤਿੰਦਰਵੀਰ ਸਿੰਘ ਜੀ, ਜਿਹੜਾ ਤੁਸੀਂ 14 ਜੂਨ ਨੂੰ ਜੋ ਪੰਥ ਜਥੇਬੰਦੀਆਂ, ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਹੋਰ ਧਾਰਮਿਕ ਸੰਸਥਾਵਾਂ ਤੇ ਸਮਾਜ ਸੰਸਥਾਵਾਂ ਵੱਲੋਂ ਯੂਰਪ ਵੱਲੋਂ ਇੱਕ ਮੁਜ਼ਾਹਰਾ ਲਿਖਿਆ ਜਾ ਰਿਹਾ ਹੈ, ਇਹਦੇ ਵਿੱਚ ਕੀ ਤੁਸੀਂ ਮੁਜ਼ਾਹਰੇ ਤੱਕ ਸੀਮਿਤ ਹੋ ਜਾਂ ਕੋਈ ਤੁਹਾਡਾ ਮੈਮੋਰੈਂਡਮ ਦੇਣ ਵਾਸਤੇ ਕੋਈ ਇਸ ਤਰ੍ਹਾਂ ਦਾ ਕੋਈ ਪ੍ਰੋਗਰਾਮ ਨੇ? ਬਿਲਕੁਲ ਗੁਰਮੀਤ ਸਿੰਘ ਜੀ, ਮੈਂ ਤੁਹਾਡੀ ਗੱਲ ਦਾ ਜਵਾਬ ਦੇਣ ਤੋਂ ਪਹਿਲਾਂ ਸਿਰਫ ਅੱਧਾ ਮਿੰਟ ਲਵਾਂਗਾ ਐਕਸਟਰਾ ਜੀ। ਜਿਹੜਾ ਯੂਰਪੀਅਨ ਪਾਰਲੀਮੈਂਟ ਮੂਹਰੇ ਮੁਜ਼ਾਹਰੇ ਦਾ ਇੱਕ ਹੋਰ ਮੁੱਖ ਕਾਰਨ ਸੀ ਜਿਹੜਾ ਪੰਥਕ ਵੀਰਾਂ ਨੇ ਜਾਂ ਪੰਥਕ ਧਿਰਾਂ ਨੇ ਵਿਚਾਰਿਆ ਜੀ। ਜਿੱਦਾਂ ਪਿਛਲੇ ਸਮੇਂ ਦੇ ਵਿੱਚ ਫਰਾਂਸ ਦੇ ਵਿੱਚ ਪੱਗ ਤੇ ਪਾਬੰਦੀ ਲੱਗੀ, ਉਸ ਦੇ ਵਿੱਚ ਜਦੋਂ ਉੱਥੇ ਦੇ ਮਿਨਿਸਟਰਾਂ ਨਾਲ ਰਾਬਤਾ ਕੀਤਾ ਗਿਆ ਤੇ ਕਈਆਂ ਨੂੰ ਪਤਾ ਹੀ ਨਹੀਂ ਸੀ ਵੀ ਸਿੱਖ ਹੈ ਕੌਣ ਨੇ। ਕਈ ਵੇਲੇ ਆਪਾਂ ਆਪਣੇ ਵੱਲੋਂ ਵਧੀਆ ਕਦਮ ਕਰਦੇ ਹਾਂ, ਜਿਸ ਤਰ੍ਹਾਂ ਐਮਬੈਸੀ ਦੇ ਮੂਹਰੇ ਜਾਂ ਅਸੀਂ ਗੁਰਦੁਆਰੇ ਲੈਵਲ ਤੇ ਕੋਈ ਪ੍ਰੋਗਰਾਮ ਕਰਦੇ ਹਾਂ, ਸਾਨੂੰ ਪਤਾ ਹੈ, ਅਸੀਂ ਸਮਝਦੇ ਹਾਂ ਕਿ ਸ਼ਾਇਦ ਉਸ ਦੇ ਨਾਲ ਸਭ ਨੂੰ ਪਤਾ ਲੱਗ ਗਿਆ, ਪਰ ਇਸ ਤਰ੍ਹਾਂ ਨਹੀਂ ਹੁੰਦਾ ਹੈਗਾ। ਉਸ ਦਿਨ ਵੀ ਜਿਸ ਦਿਨ ਅਸੀਂ ਬਰੂਸਲ ਉੱਥੇ ਗਏ ਹੈਗੇ ਆ, ਜਦੋਂ ਭਰਾਵਾਂ ਦੇ ਨਾਲ ਵਿਚਾਰ ਵਟਾਂਦਰੇ ਹੋ ਰਹੇ ਸੀ, ਤੇ ਉਹ ਜਿਹੜਾ ਲੀ ਦਾ ਸ਼ਹਿਰ ਹੈਗਾ ਬੈਲਜੀਅਮ ਦੇ ਵਿੱਚ, ਜਿਹੜੇ ਉੱਥੇ ਦੇ ਪੁਲਿਸ ਕਮਿਸ਼ਨਰ ਨੇ, ਜਦੋਂ ਉੱਥੇ ਆਪਣੇ ਬੰਦੇ ਗਏ ਨਗਰ ਕੀਰਤਨ ਦੀ ਪਰਮਿਸ਼ਨ ਲੈਣ, ਤੇ ਉਹਨਾਂ ਨੂੰ ਵੀ ਸ਼ਾਇਦ ਉਹ ਦੱਸ ਰਹੇ ਸੀ ਵੀ ਉਹ ਕਮਿਸ਼ਨਰ ਕਹਿ ਰਿਹਾ ਸੀ ਵੀ ਮੈਂ ਤਾਂ ਸਿੱਖਾਂ ਬਾਰੇ ਜ਼ਿਆਦਾ ਸੁਣਿਆ ਨਹੀਂ ਹੈਗਾ। ਤੇ ਜਿਹੜਾ ਬਰੂਸਲ ਪਾਰਲੀਮੈਂਟ ਮੂਹਰੇ ਜਦੋਂ ਅਸੀਂ ਮੁਜ਼ਾਹਰਾ ਕਰਾਂਗੇ ਤੇ ਉੱਥੇ ਜਿਹੜੀਆਂ ਯੂਰਪ ਦੇ ਸਾਰੇ ਕੰਟਰੀ ਹੈਗੇ ਆ, ਜਿਹੜਾ ਉੱਥੇ ਯੂਨੀਅਨ ਹੈਗਾ ਆ, ਜਿਹੜੇ ਛੋਟੇ ਛੋਟੇ ਵੀ ਕਈ ਕੰਟਰੀ ਆ ਜਿੱਥੇ ਸਿੱਖ ਨਹੀਂ ਹੈਗੇ, ਉਹਨਾਂ ਨੂੰ ਘੱਟੋ ਘੱਟ ਇਹ ਤਾਂ ਪਤਾ ਲੱਗੇਗਾ ਕਿ ਸਿੱਖ ਵੀ ਇੱਕ ਨੇਸ਼ਨ ਹੈਗੀ, ਇੱਕ ਕੌਮ ਹੈਗੀ ਆ, ਤੇ ਉਸ ਕੌਮ ਦੀਆਂ ਕੋਈ ਸਮੱਸਿਆਵਾਂ ਹੈਗੀਆਂ ਤੇ ਉਹਨਾਂ ਦੇ ਨਾਲ ਹਿੰਦੁਸਤਾਨ ਦੇ ਵਿੱਚ ਜ਼ੁਲਮ ਹੋਇਆ ਹੈਗਾ ਆ। ਇਸ ਕਰਕੇ ਸਾਡਾ ਇਹ ਇੱਕ ਬਹੁਤ ਵੱਡੇ ਲੈਵਲ ਤੇ ਕੰਪੇਨਿੰਗ ਹੋਏਗੀ, ਜਿਹਦੇ ਲਈ ਅਸੀਂ 30 ਸਾਲਾਂ ਤੋਂ ਲੜ ਰਹੇ ਹਾਂ। ਪਹਿਲਾਂ ਆਪਾਂ ਭੁੱਲਰ ਸਾਹਿਬ ਦੇ ਸੰਬੰਧ ਵਿੱਚ ਯੂਰਪ ਪਾਰਲੀਮੈਂਟ ਜੀ ਕੋਈ ਲੌਬੀ ਕਈ ਵਾਰ ਕੀਤੀ ਹੈ, ਤੇ ਉਸ ਤੋਂ ਬਾਅਦ ਜੋ ਰਾਜਵਾਨ ਦੇ ਸੰਬੰਧ ਵਿੱਚ ਬੜਾ ਵੱਡਾ ਉੱਥੇ ਮੁਜ਼ਾਹਰਾ ਕੀਤਾ, ਉਹਦੇ ਚੰਗੇ ਅਸਾਰ, ਸਾਨੂੰ ਚੰਗਾ ਨਤੀਜਾ ਨਿਕਲਿਆ। ਬਿਲਕੁਲ। ਔਰ ਬਾਕੀ ਅਸੀਂ ਯੂਰਪ ਦੇ ਵਿੱਚ ਵੀਰ ਜੀ ਸਾਰੇ ਮੁਲਕਾਂ ਵਿੱਚ ਹਜੇ ਬਹੁਤ ਘੱਟ ਗਿਣਤੀ ਦੇ ਵਿੱਚ ਹੈਗੇ ਆ। ਦੇਖੋ ਇੰਗਲੈਂਡ ਦੇ ਵਿੱਚ ਸਾਡੀ ਬਹੁਤ ਗਿਣਤੀ ਆ, ਕੈਨੇਡਾ ਦੇ ਵਿੱਚ ਬਹੁਤ ਗਿਣਤੀ ਆ, ਉੱਥੇ ਚਲੋ ਸਾਡੇ ਬਾਰੇ ਕਾਫੀ ਜਾਣਕਾਰੀ ਹੈਗੀ ਆ, ਪਰ ਇਹਨਾਂ ਮੁਲਕਾਂ ਦੇ ਵਿੱਚ ਹਜੇ ਸਾਡੀ ਸਿੱਖ ਕੌਮ ਬਾਰੇ ਇਹਨਾਂ ਗੌਰਮੈਂਟਾਂ ਦੇ ਕਈ ਅਦਾਰਿਆਂ ਨੂੰ ਸਾਡੇ ਬਾਰੇ ਨਹੀਂ ਪਤਾ ਹੈਗਾ। ਦੂਜਾ, ਹੁਣ ਮੈਂ ਤੁਹਾਡੇ ਮੇਨ ਸਵਾਲ ਵੱਲ ਆਉਣਾ ਹੈਗਾ, ਜਿਹੜਾ ਮੈਮੋਰੈਂਡਮ ਹੈਗਾ ਆ,
ਉਹ ਅਸੀਂ ਬਿਲਕੁਲ ਤਿਆਰ ਕਰਾਂਗੇ ਜੀ ਸਿੱਖਸ ਫॉर ਫਰੀडम ਦੇ ਨਾਂ ਤੇ। ਜੀ ਔਰ ਉਸ ਦੇ ਵਿੱਚ ਜੋ ਸਾਡੇ ਨਾਲ ਪਿਛਲੇ 30 ਸਾਲਾਂ ਦੇ ਵਿੱਚ ਹੋਇਆ ਹੈਗਾ ਮਨੁੱਖੀ ਅਧਿਕਾਰਾਂ ਦਾ ਘਾਣ, ਜੀ ਜੋ ਸਾਡੇ ਉੱਥੇ ਸਿੰਘਾਂ ਨੂੰ ਸ਼ਹੀਦ ਕੀਤਾ ਗਿਆ, ਜੋ ਸਾਡਾ ਜੀਨੋਸਾਈਡ ਹੋਇਆ ਆਪਣੇ ਨਵੰਬਰ 1984 ਦੇ ਵਿੱਚ, ਉਹ ਸਾਰਾ ਕੁਝ ਅਸੀਂ ਉਸ ਦੇ ਵਿੱਚ ਉਹਦਾ ਵਰਣਨ ਕਰਨਾ ਹੈਗਾ। ਜੀ ਔਰ ਮੁੱਖ ਤੌਰ ਤੇ ਜਦੋਂ 1849 ਤੋਂ ਬਾਅਦ ਸਾਡਾ ਜਿਹੜਾ ਸਿੱਖ ਅੰਪਾਇਰ ਸੀ, ਜੋ ਬ੍ਰਿਟਿਸ਼ ਵਾਲਿਆਂ ਨੇ ਸਾਡੇ ਕੋਲੋਂ ਧੋਖੇ ਦੇ ਨਾਲ ਉਸ ਵੇਲੇ ਆਪਣਾ ਉਹਦੇ ਉੱਪਰ ਕਬਜ਼ਾ ਕਰ ਲਿਆ, ਮਹਾਰਾਜਾ ਦਲੀਪ ਸਿੰਘ ਕੋਲੋਂ ਧੋਖੇ ਦੇ ਨਾਲ ਗੱਲਾਂ ਕਰਕੇ, ਜੀ ਅਸੀਂ ਉਸ ਚੀਜ਼ ਦੀ ਵੀ ਮੰਗ ਉਹਨਾਂ ਦੇ ਸਾਹਮਣੇ ਰੱਖਣੀ ਹੈ ਕਿ ਸਿੱਖ ਜਿਹੜੇ ਹੈਗੇ ਆ ਉਹ ਹਿੰਦੁਸਤਾਨ ਦੇ ਵਿੱਚ ਇੱਕ ਸਮੇਂ ਬਹੁਤ ਵੱਡੇ ਰਾਜ ਭਾਗ ਦੇ ਮਾਲਕ ਸਨ। ਅਫਗਾਨਿਸਤਾਨ ਤੋਂ ਲੈ ਕੇ ਤਿੱਬਤ ਦੇ ਤੱਕ ਤੇ ਥੱਲੇ ਸਿੰਧ ਤੱਕ, ਕਰਾਚੀ ਤੱਕ ਤੇ ਇਧਰੋਂ ਆਪਣੇ ਪਟਿਆਲੇ ਤੱਕ ਦਿੱਲੀ ਦੀ ਸਰਹੱਦ ਨਾਲ ਸਾਡੇ ਰਾਜ ਦੀਆਂ ਸਰਹੱਦਾਂ ਲੱਗਦੀਆਂ ਸੀ। ਔਰ ਅਸੀਂ 40 ਸਾਲ ਹਿੰਦੁਸਤਾਨ ਦੀ ਉੱਪਰ ਸਾਡਾ ਰਾਜ ਰਿਹਾ ਹੈਗਾ। ਔਰ ਸਾਡਾ ਵੱਡਾ ਲੰਬਾ ਸੰਘਰਸ਼ਮਈ ਜਿਹੜੀ ਇਸ ਕੌਮ ਦਾ ਇੱਕ ਜੀਵਨ ਹੈਗਾ ਆ। ਜੀ ਤੇ 2 ਵਾਰੀ ਹਿੰਦੁਸਤਾਨ ਦੀ ਧਰਤੀ ਤੇ ਸਿੱਖ ਕੌਮ ਦਾ ਰਾਜ ਹੋਇਆ। ਇੱਕ ਵਾਰੀ ਪਹਿਲੀ ਵਾਰੀ ਬਾਬਾ ਬੰਦਾ ਸਿੰਘ ਬਹਾਦਰ ਨੇ 6 ਸਾਲ ਰਾਜ ਕੀਤਾ। ਉਸ ਤੋਂ ਬਾਅਦ ਮਹਾਰਾਜਾ ਰਣਜੀਤ ਸਿੰਘ ਜੀ ਨੇ 40 ਸਾਲ ਸਾਡਾ ਰਾਜ ਹੋਇਆ। ਜਿਹੜਾ ਮੈਮੋਰੰਡਮ ਤੁਸੀਂ ਦੇਣ ਜਾ ਰਹੇ ਹੋ, ਉਹ ਮੈਮੋਰੰਡਮ ਕਿਹਨਾਂ ਨੂੰ ਤੁਸੀਂ ਦੇਣਾ ਉੱਥੇ ਮੈਮੋਰੰਡਮ? ਉਹ ਜਿਹੜੇ ਉੱਥੇ ਹੈਗੇ ਆ ਵੀਰ ਜੀ, ਜਿਹੜੇ ਸਾਊਥ ਈਸਟ ਏਸ਼ੀਆ ਦੇ ਮਸਲਿਆਂ ਨਾਲ ਸੰਬੰਧਿਤ ਜਿਹੜੀ ਯੂਰਪੀਅਨ ਯੂਨੀਅਨ ਦੀ ਮਿਨਿਸਟਰੀ ਹੈਗੀ ਆ, ਜੀ ਉਸ ਮਿਨਿਸਟਰੀ ਨੂੰ ਅਸੀਂ ਕਿਉਂਕਿ ਜਿਹੜਾ ਸਾਡਾ ਇੰਡੀਆ ਹੈਗਾ ਆ ਉਹ ਸਾਊਥ ਈਸਟ ਏਸ਼ੀਆ ਦੇ ਖਿੱਤੇ ਵਿੱਚ ਆਉਂਦਾ ਹੈ। ਇਹ ਤਾਂ ਹਿਊਮਨ ਰਾਈਟਸ ਦੀ ਗੱਲ ਹੋਈ ਕਿ ਤੁਸੀਂ ਪੋਲੀਟੀਕਲ ਤੌਰ ਤੇ ਕਿਹਨੂੰ ਚੁਣਿਆ ਉੱਥੇ, ਕਿਸ ਵਿਅਕਤੀ ਨੂੰ ਮੈਮੋਰੰਡਮ ਦੋਗੇ? ਇੱਕ ਤਾਂ ਹਿਊਮਨ ਰਾਈਟਸ ਦੀ ਗੱਲ ਤੁਸੀਂ ਕਰਦੇ ਚਾਹੁੰਦੇ ਹੋ, ਕਰ ਰਹੇ ਹੋ ਤੁਸੀਂ, ਬਿਲਕੁਲ ਜੀ। ਵੀ ਹਿਊਮਨ ਰਾਈਟਸ ਦਾ ਘਾਣ ਹੋਇਆ, ਸਿੱਖਾਂ ਦਾ ਘਾਣ ਹੋਇਆ, ਹਿੰਦੂਆਂ ਦਾ ਘਾਣ ਹੋਇਆ ਉੱਥੇ, ਉਹਨਾਂ ਦੀ ਤੁਸੀਂ ਹੋਰ ਕਿਸੇ ਪੋਲੀਟੀਕਲ ਤੌਰ ਤੇ ਯੂਰਪੀਅਨ ਪੱਧਰ ਤੇ ਤੁਸੀਂ ਕਿਸ ਨੂੰ ਮੈਮੋਰੰਡਮ ਦੇਵੋਗੇ? ਨਹੀਂ, ਉਹ ਦੇਖੋ ਵੀਰ ਜੀ, ਦੇਖੋ ਮੈਂ ਤੁਹਾਨੂੰ ਉਹਦਾ ਇੱਕ ਵਿਸਥਾਰ ਦੱਸਦਾ ਹੈਗਾ। ਹਰ ਇੱਕ ਪਾਰਲੀਮੈਂਟ ਦੇ ਵਿੱਚ ਹਰ ਇੱਕ ਮੁਲਕ ਨਾਲ ਸੰਬੰਧਿਤ ਉੱਥੇ ਅਦਾਰੇ ਬਣੇ ਹੋਏ ਬਿਲਕੁਲ ਜੀ, ਹਾਂਜੀ। ਜਿਹੜਾ ਇੰਡੀਆ ਨਾਲ ਸੰਬੰਧਿਤ ਅਦਾਰਾ ਹੈਗਾ ਆ ਉਹ ਸਾਊਥ ਈਸਟ ਏਸ਼ੀਅਨ ਕੰਟਰੀਜ਼ ਦਾ, ਉਹੀ ਮਿਨਿਸਟਰ ਨੇ ਗਾਂ ਉਹਨਾਂ ਸਾਰਿਆਂ ਨੂੰ ਸਾਡੀ ਜਿਹੜੀ ਮੰਗ ਹੈਗੀ ਆ ਉਹ ਆਪਣੀ ਜਿਹੜੇ ਵੀ ਉਸ ਉੱਥੇ ਦੀ ਪਾਰਲੀਮੈਂਟ ਦੇ ਮੈਂਬਰ ਹੈਗੇ ਆ ਜਾਂ ਮੁਲਕ ਹੈਗੇ ਆ ਉਸ ਯੂਰਪੀਅਨ ਪਾਰਲੀਮੈਂਟ ਦੇ, ਉਹਨਾਂ ਨੂੰ ਸਾਡੇ ਬਾਰੇ ਦੱਸ ਦੇਣਾ ਹੈਗਾ। ਉਹ ਇਕੱਲੇ ਅਸੀਂ ਮਨੁੱਖੀ ਅਧਿਕਾਰਾਂ ਦਾ ਨਹੀਂ ਉਹਨਾਂ ਨੂੰ ਦੇ ਰਹੇ ਹੈਗੇ, ਅੱਛਾ, ਉਹ ਸਾਡੀ ਆਜ਼ਾਦੀ ਦੀ ਗੱਲ ਵੀ ਅਸੀਂ ਉਹਨਾਂ ਨੂੰ ਹੀ ਦੱਸਣੀ ਹੈਗੀ ਆ। ਜਿਹੜਾ ਦੇਖੋ ਅਸੀਂ ਇਕੱਲਾ ਉੱਥੇ ਮਨੁੱਖੀ ਅਧਿਕਾਰਾਂ ਦੇ ਨਾਲ ਸੰਬੰਧਿਤ ਮਹਿਕਮਾ ਨਹੀਂ ਹੈਗਾ, ਉਹ ਉਹਨਾਂ ਮੁਲਕਾਂ ਦੀਆਂ ਚਾਹੇ ਉਹ ਸਿਆਸੀ ਸਮੱਸਿਆਵਾਂ ਨੇ, ਚਾਹੇ ਧਾਰਮਿਕ ਸਮੱਸਿਆਵਾਂ ਨੇ ਤੇ ਚਾਹੇ ਮਨੁੱਖੀ ਅਧਿਕਾਰਾਂ ਦੀਆਂ ਸਮੱਸਿਆਵਾਂ ਨੇ, ਉਹ ਅਦਾਰਾ ਹੀ ਉਹਨਾਂ ਸਮੱਸਿਆਵਾਂ ਨੂੰ ਐਡਰੈਸ ਕਰਦਾ ਹੈਗਾ। ਜਥੇਦਾਰ ਜੀ ਸਤਨਾਮ ਸਿੰਘ ਜੀ, ਤੁਹਾਡੇ ਵੱਲੋਂ ਕਿਸ ਤਰ੍ਹਾਂ ਦੇ ਪ੍ਰਬੰਧ ਕੀਤੇ ਜਾ ਰਹੇ? ਤੁਸੀਂ ਗੁਰੂ ਘਰ ਦੇ ਕਮੇਟੀ ਦੇ ਵਿੱਚ ਮੌਜੂਦ ਹੋ, ਤੁਹਾਡੇ ਕਲੋਨ ਦੇ ਗੁਰੂ ਘਰਾਂ ਵੱਲੋਂ ਕਿਸ ਤਰ੍ਹਾਂ ਦੇ ਪ੍ਰਬੰਧ ਕੀਤੇ ਜਾ ਰਹੇ? ਜਿਹੜੇ ਸੰਗਤਾਂ ਨੂੰ ਤੁਸੀਂ ਕਿੰਨਾ ਕੁ ਉੱਥੇ ਉਤਸ਼ਾਹ ਕਰ ਰਹੇ ਹੋ, ਕਿੰਨੀਆਂ ਸੰਗਤਾਂ ਨੂੰ ਕਿਸ ਸਾਧਨ ਰਾਹੀਂ ਤੁਸੀਂ ਪਹੁੰਚਾਉਣ ਦੀ ਕੋਸ਼ਿਸ਼ ਕਰੋਗੇ? ਅਸੀਂ ਜਿਹੜੀਆਂ ਇੱਥੇ ਦੀ ਗੁਰਦੁਆਰਿਆਂ ਦੀਆਂ ਪ੍ਰਬੰਧਕ ਕਮੇਟੀਆਂ ਉਹਨਾਂ ਦੇ ਮੁਖੀਆਂ ਦੇ ਨਾਲ ਗੱਲਬਾਤ ਕੀਤੀ ਹੈ ਤੇ ਅੱਜ ਆਪਾਂ ਉੱਥੇ ਬੈਠੇ ਮੀਟਿੰਗ ਵੀ ਕੀਤੀ ਹੈ ਜੋ ਗੁਰਦੁਆਰਾ ਸ੍ਰੀ ਦਸ਼ਮੇਸ਼ ਸਿੰਘ ਸਭਾ ਕਲੋਨ ਦੇ ਵਿੱਚ, ਔਰ ਜਿੱਥੇ ਆਪਣੇ ਜਿਹੜੇ ਇੱਥੇ ਦੇ 3 ਗੁਰਦੁਆਰਿਆਂ ਦੇ ਜਿਹੜੇ ਪ੍ਰਬੰਧਕਾਂ ਨੇ ਅੱਜ ਉਹਦੇ ਵਿੱਚ ਆਪਣੇ ਬੈਠ ਕੇ ਇਹ ਗੱਲ ਕੀਤੀ ਆ ਕਿ ਜਿਹੜਾ ਜੋ ਬੱਸਾਂ ਲੈ ਕੇ ਆਪਾਂ ਉੱਥੇ ਚੱਲਾਂਗੇ, ਜਿੰਨੀ ਵੀ ਸੰਗਤ ਨੇ ਜਾਣਾ ਆ ਉਹਨਾਂ ਦੇ ਜਾਣ ਲਈ ਆਪਾਂ ਬੱਸਾਂ ਦਾ ਬੰਦੋਬਸਤ ਕਰਾਂਗੇ ਜੀ, ਔਰ ਉਹਨਾਂ ਨੂੰ ਸਾਂਝੇ ਰੂਪ ਦੇ ਵਿੱਚ ਮਤਲਬ ਜਿਹੜੀ ਸੰਗਤ ਆ ਉਹਨੂੰ ਪ੍ਰਵਾਨ ਕਰੇਗੀ। ਔਰ ਇਸੇ ਤਰ੍ਹਾਂ ਹੀ ਜਿਹੜੇ ਵੀ ਬਾਕੀ ਦੇ ਵੀ ਸ਼ਹਿਰਾਂ ਦੇ ਵਿੱਚ ਗੁਰਦੁਆਰੇ ਨੇ, ਫਰੈਂਕਫਰਟ ਹੋਇਆ, ਡੂਸਬਰਗ ਹੋਇਆ, ਐਸਨ ਹੋਇਆ ਤੇ ਬਾਕੀ ਦੇ ਵੀ ਜਿਹੜੇ ਸ਼ਹਿਰਾਂ ਦੇ ਬਾਕੀ ਗੁਰਦੁਆਰੇ ਨੇ, ਉਹਨਾਂ ਦੀਆਂ ਸੰਗਤਾਂ ਨੂੰ ਵੀ ਆਪਾਂ ਸਾਰਿਆਂ ਨੇ ਮਤਲਬ ਜਿਹੜੀ ਅਪੀਲ ਕਰਨੀ ਆ ਕਿ ਜਿਹੜੇ ਵੱਧ ਤੋਂ ਵੱਧ ਉੱਥੇ ਜਿਹੜੀ ਆ ਸੰਗਤ ਆ ਪਹੁੰਚੇ। ਔਰ ਇੱਥੋਂ ਤੱਕ ਵੀ ਕਿ ਜਿਹੜੇ ਇਟਲੀ ਤੋਂ ਜਿੱਦਾਂ ਬਹੁਤ ਸੰਗਤ ਆਉਂਦੀ ਆ ਹਮੇਸ਼ਾ ਹੀ, ਔਰ ਉਹਨਾਂ ਸਿੰਘਾਂ ਨੂੰ ਵੀ ਆਪਾਂ ਬੇਨਤੀ ਕਰਦੇ ਹਾਂ ਜਿੱਦਾਂ ਸਿੱਖ ਚੈਨਲ ਦੇ ਰਾਹੀਂ ਇਹ ਆਪਣੀ ਆਵਾਜ਼ ਜਿਹੜੀ ਇੱਕ ਬਹੁਤ ਵਧੀਆ ਆ ਕਿ ਜਿਹਦੇ ਨਾਲ ਆਪਾਂ ਸਾਰੇ ਉਹਨਾਂ ਵੀਰਾਂ ਨੂੰ ਵੀ ਯੂਰਪ ਦੇ ਵਿੱਚੋਂ ਹਰੇਕ ਮੁਲਕ ਦੇ ਵਿੱਚੋਂ, ਚਾਹੇ ਹਾਲੈਂਡ ਆ, ਬੈਲਜੀਅਮ ਆ, ਫਰਾਂਸ ਆ, ਔਰ ਜਿਹੜੀਆਂ ਕੰਟਰੀਆਂ ਦੇ ਵਿੱਚੋਂ ਹਮੇਸ਼ਾ ਸਿੱਖ ਆਉਂਦੇ ਆ, ਉਹਨਾਂ ਸਾਰਿਆਂ ਨੂੰ ਹੱਥ ਬੰਨ੍ਹ ਕੇ ਅਪੀਲ ਆ ਸਾਡੀ ਕਿ ਉਹ ਇਸ ਮੁਜ਼ਾਹਰੇ ਦੇ ਵਿੱਚ ਜਿਹੜਾ ਆ ਆਪਣਾ ਹਿੱਸਾ ਲੈਣ ਔਰ ਬੱਸਾਂ ਦੇ ਰਾਹੀਂ, ਕਾਰਾਂ ਰਾਹੀਂ, ਜਿੱਦਾਂ ਵੀ ਉਹ ਆ ਸਕਦੇ ਆ ਸਾਰੇ ਆਉਣ ਤੇ ਆਪਾਂ ਜਰਮਨ ਦੇ ਵਿੱਚੋਂ ਇੱਥੇ ਜਿਹੜੇ ਆ ਉਹ ਸਾਰਾ ਜਿਹੜਾ ਗੁਰਦੁਆਰਿਆਂ ਦੇ ਜਿਹੜੇ ਪ੍ਰਬੰਧਕ ਅਸੀਂ ਮਿਲ ਕੇ ਜਿਹੜੇ 3 ਗੁਰਦੁਆਰਿਆਂ ਨੇ ਉਪਰਾਲਾ ਕੀਤਾ ਹੈ ਕਿ ਵੀ ਉਹਦੇ ਵਿੱਚ ਸੰਗਤ ਨੂੰ ਲਿਜਾਇਆ ਜਾਵੇ। ਭਾਈ ਰੇਸ਼ਮ ਸਿੰਘ ਜੀ ਜਥੇਦਾਰ ਉਹਨਾਂ ਨੇ ਗੱਲ ਕੀਤੀ ਆ ਵੀ ਅਸੀਂ ਗੁਰੂ ਘਰਾਂ ਦੇ ਪ੍ਰਬੰਧਾਂ ਦੀ ਮੀਟਿੰਗ ਅੱਜ ਜਿਹੜੀ ਹੋਈ ਸੀਗੀ ਉਹਦੇ ਵਿੱਚ ਕਲੋਨ ਦੇ ਗੁਰੂ ਘਰ ਇਸ ਗੱਲ ਨਾਲ ਸਹਿਮਤ ਨੇ ਵੀ ਅਸੀਂ ਸੰਗਤ ਨੂੰ ਕਿਸੇ ਵੀ ਜਿੰਨੀ ਵੀ ਸੰਗਤ ਹੋਵੇ ਉਹਨਾਂ ਦਾ ਕੋਚਾ ਦਾ ਪ੍ਰਬੰਧ ਅਸੀਂ ਕਰਾਂਗੇ, ਅਸੀਂ ਲੈ ਕੇ ਜਾਵਾਂਗੇ।
ਪਰ ਇਹ ਕੀ ਕਾਰਨ ਆ ਤੁਸੀਂ ਜਿਹੜਾ 14 ਤਰੀਕ ਦਾ 14 ਜੂਨ ਦਾ ਮੁਜ਼ਾਹਰਾ ਕਿਉਂ ਰੱਖਿਆ? ਉਸ ਤੋਂ ਪਹਿਲਾਂ ਇੱਕ 9 ਤਰੀਕ ਵੀ ਆਉਂਦੀ ਹੈ, 8 ਤਰੀਕ ਵੀ ਆਉਂਦੀ ਹੈ, ਉਹ ਮੁਜ਼ਾਹਰਾ ਕਿਉਂ ਨਹੀਂ ਰੱਖਿਆ ਤੁਸੀਂ? ਤੇ ਹੋਰ ਤੁਸੀਂ ਜਿਹੜੇ ਯੂਰਪ ਵਿੱਚ ਵਸਦੇ ਸਿੱਖ ਨੇ, ਬੈਲਜੀਅਮ, ਹਾਲੈਂਡ, ਫਰਾਂਸ, ਇਟਲੀ ਜਾਂ ਡੈਨਮਾਰਕ, ਸਪੇਨ, ਆਪਾਂ ਇੱਕ ਯੂਰਪ ਪੱਧਰ ਤੇ ਮੁਜ਼ਾਹਰਾ ਗੱਲਬਾਤ ਕਰਨ ਦੀ ਗੱਲ ਕਰਦੇ ਹਾਂ ਵੀ ਇੱਕ ਸਿੱਖ ਨਾਲ ਵਾਪਰਿਆ ਦੁਖਾਂਤ, ਯੂਰਪ ਦੇ ਸਿੱਖ ਇਕੱਠੇ ਹੋ ਕੇ 30ਵੀਂ ਵਰ੍ਹੇਗੰਢ ਦੇ ਉੱਪਰ ਚੰਗੇ ਤਰੀਕੇ ਨਾਲ ਉੱਥੇ ਆਪਣੀ ਬਰਦਾਸ਼ਤ ਵੀ ਕਰ ਸਕਣ। ਆਪਣੇ ਵੱਲੋਂ ਇਹ ਜਿਹੜਾ ਇੱਕ ਇੰਤਜ਼ਾਮ ਕੀਤਾ ਜਾ ਰਿਹਾ, ਤੁਸੀਂ ਤੁਹਾਡੇ ਕੋਲ ਕਿਹੜੇ ਸਾਧਨ ਨੇ ਜਿਹੜੇ ਤੁਸੀਂ ਯੂਰਪ ਦੇ ਸਿੱਖਾਂ ਤੱਕ ਸੁਨੇਹਾ ਕਿਸ ਤਰ੍ਹਾਂ ਪਹੁੰਚਾਓਗੇ? ਉਹ ਆਪਣੀ ਕਿਸ ਤਰ੍ਹਾਂ ਆਪਣੇ ਬਣਦੇ ਫਰਜ਼ ਨੂੰ ਕਿਸ ਤਰ੍ਹਾਂ ਨਿਭਾਉਣ? ਤੇ 14 ਤਰੀਕ ਦਾ ਜਿਹੜਾ ਤੁਸੀਂ ਜੂਨ ਦਾ ਕੀਤਾ ਉਹਦਾ ਕੀ ਕਾਰਨ ਹੈ? ਦੇਖੋ ਜੀ, ਸਵਾਲ ਤੁਹਾਡਾ ਬਹੁਤ ਵਧੀਆ ਤੁਸੀਂ ਕੀਤਾ ਆ। ਇਹਦਾ ਕਾਰਨ ਇਹ ਆ ਕਿ 8 ਜੂਨ ਨੂੰ ਇੰਗਲੈਂਡ 'ਚ ਹੋ ਰਿਹਾ ਆ, ਬਾਹਰੋਂ ਸੰਗਤਾਂ ਯੂਰਪ ਤੋਂ ਵੀ ਜਾ ਰਹੀਆਂ, ਸਾਡੀ ਕੋਸ਼ਿਸ਼ ਵੀ ਹੈ ਇੱਥੋਂ ਸੰਗਤਾਂ ਵੱਧ ਤੋਂ ਵੱਧ ਜਾਣ ਜੀ। ਉਸ ਤੋਂ ਅਗਲਾ ਵੀਕ ਅਸੀਂ ਚੁਣਿਆ, ਜਿਵੇਂ ਪਹਿਲਾਂ ਭਾਈ ਜਤਿੰਦਰ ਸਿੰਘ ਨੇ ਦੱਸਿਆ ਹੈ 13 ਦਾ ਸੀਗਾ। ਉਸ ਤੋਂ ਬਾਅਦ ਸੰਗਤਾਂ ਦੇ ਵਿਚਾਰ ਇਹ ਆਏ, ਖਾਸ ਕਰ ਜਿਹੜੇ ਸਾਡੇ ਬੱਚੇ ਨੇ ਜੀ, ਸਕੂਲਾਂ ਦੇ ਬੱਚੇ ਨੇ, ਉਹਨਾਂ ਦੀ ਵੀ ਇੱਛਾ ਹੈ ਵੀ ਅਸੀਂ ਪੰਥਕ ਕਾਰਜਾਂ 'ਚ ਆਪਣਾ ਯੋਗਦਾਨ ਪਾਈਏ। ਤੇ ਸਾਨੂੰ ਹੰਗਾਰਾ ਬਹੁਤ ਮਿਲਿਆ, ਜਿੱਦਾਂ ਇਟਲੀ ਤੋਂ ਆਪਣੇ ਧਰਮੰਤ ਸਿੰਘ ਦਾਦੂਵਾਲ, ਉਹਨਾਂ ਦਾ ਵੀ ਸੁਨੇਹਾ ਆਇਆ, ਅਸੀਂ ਵੱਧ ਚੜ ਕੇ ਆਵਾਂਗੇ। ਬਾਕੀ ਦੇਸ਼ਾਂ ਤੋਂ, ਸਾਡੇ ਜਰਮਨ ਤੋਂ ਵੀ, ਸਟਰਾਲਨ ਤੋਂ, ਡੂਸਬਰਗ ਤੋਂ, ਫਰੈਂਕਫਰਟ ਤੋਂ ਸਿੰਘ ਸਾਰੇ ਬਹੁਤ ਉਤਸ਼ਾਹ ਆ। ਸੰਗਤਾਂ ਦੇ ਬੱਸਾਂ ਲੈ ਕੇ ਆਉਣਗੇ, ਸਟੁੱਟਗਾਰਟ ਤੋਂ ਵੀ ਆਉਣਗੇ, ਸਵਿਸ ਵਾਲੇ, ਹਾਲੈਂਡ ਵਾਲੇ, ਫਰਾਂਸ ਵਾਲੇ। ਇਹਦੇ ਵਿੱਚ ਜਿਵੇਂ ਆਪਾਂ ਪਹਿਲਾਂ ਗੱਲ ਕੀਤੀ ਆ, ਜਿਹੜਾ ਸਿੱਖ ਫॉर ਫਰੀडम ਆ, ਇਹ ਸਾਰੇ ਸਿੱਖਾਂ ਦਾ ਆ, ਇਹ ਕੋਈ ਇੱਕ ਸੰਸਥਾ, ਇੱਕ ਜਥੇਬੰਦੀ ਦਾ ਨਿਗਾ। ਤੇ ਸਾਨੂੰ ਉਤਸ਼ਾਹ, ਸਾਨੂੰ ਕੀ ਇਹ ਆਪਣੇ ਆਪ ਨੂੰ ਆਪਾਂ ਸਪੋਰਟ ਕਰਨ ਵਾਲੀ ਗੱਲ ਹੈ। ਅਸੀਂ ਗੁਰੂ ਨੂੰ ਸਮਰਪਿਤ ਹੋਈਏ, ਅਸੀਂ ਉਹ ਹਾਰਾ ਨਾਰਾ ਮਾਰਨਾ ਆ ਵੀ ਉਹ ਤਖਾਨ ਤੋਂ ਸਾਡੇ ਤੇ, ਸਾਡਾ ਅਕਾਲ ਤਖਤ ਦਰਬਾਰ ਸਾਹਿਬ ਤੇ ਹਮਲਾ ਕੀਤਾ ਆ। ਤੇ ਜੇ ਅਸੀਂ ਗੁਰੂ ਦੇ ਸਿੱਖ ਆ, ਗੁਰੂ ਦੀ ਬਾਣੀ ਪੜ੍ਹਦੇ, ਦਰਬਾਰ ਸਾਹਿਬ ਨਾਲ ਲਗਾਓ ਆ, ਤੇ ਮੈਂ ਤੇ ਸਮਝਾਂਗਾ ਹਰ ਸਿੱਖ ਦਾ ਇਹ ਫਰਜ਼ ਹੈ। ਦੇਖੋ, ਉਹਨਾਂ ਨੇ ਉਹਦੇ ਵਿੱਚ ਨਾ ਕੋਈ ਕਾਂਗਰਸੀ, ਨਾ ਕਾਮਰੇਡ ਦੇਖਿਆ, ਨਾ ਆਸਤਕ, ਨਾ ਨਾਸਤਕ। ਹਰ ਸਿੱਖ ਜਿਹਦੇ ਸਿਰ ਤੇ ਦਸਤਾਰ ਆ ਉਹਨੂੰ ਫੜ ਕੇ ਚਲਾਤਾ, ਉਹਨੂੰ ਮੁਕਾਬਲਾ ਬਣਾਤਾ। ਤੇ ਅੱਜ ਆਪਾਂ ਵੀ ਆਪਣ ਸੰਪਰਦਾਵਾਂ ਜਥੇਬੰਦੀ ਤੋਂ ਉੱਪਰ ਉੱਠ ਕੇ ਇਸ ਮੁਜ਼ਾਹਰੇ 'ਚ ਆਪਾਂ ਇੱਕ ਹਾਰਾ ਨਾਰਾ ਮਾਰ ਕੇ ਆਪਣਾ ਫਰਜ਼ ਅਦਾ ਕਰੀਏ ਵੀ ਜੇ ਸਿੱਖਾਂ ਤੇ, ਸਿੱਖੀ ਤੇ ਜ਼ੁਲਮ ਹੋਇਆ ਤੇ ਅਸੀਂ ਆਪਣੀ ਡਿਊਟੀ ਇਮਾਨਦਾਰੀ ਨਾਲ ਨਿਭਾਈਏ। ਤੇ ਮੈਨੂੰ ਆਸ ਹੈ ਇਸ ਮੁਜ਼ਾਹਰੇ ਤੇ ਯੂਰਪ ਭਰ ਤੋਂ, ਜਿੱਦਾਂ ਹੁਣ ਸਾਨੂੰ ਟੈਲੀਫੋਨਾਂ ਤੇ ਵੀ ਸਾਰੇ ਸੰਦੇਸ਼ ਆ ਰਹੇ ਨੇ, ਹਰ ਗੁਰਦੁਆਰੇ ਤੋਂ ਪ੍ਰਬੰਧਕਾਂ ਦਾ ਜਿਹੜੇ ਆ ਉਹ ਆਪਣੀ ਜ਼ਿੰਮੇਵਾਰੀ ਲੈ ਕੇ ਹਰ ਬੱਸਾਂ ਲੈ ਕੇ ਆਉਣਗੇ ਤੇ ਸੰਗਤਾਂ ਪੂਰੇ ਉਤਸ਼ਾਹ ਨਾਲ ਪਹੁੰਚਣਗੀਆਂ। ਗੁਰੂ ਦਾ ਕਾਰਜ ਹੈ, ਗੁਰੂ ਨੇ ਆਪ ਕਰਨਾ, ਸਾਡੇ ਤੇ ਉਪਰਾਲੇ ਨੇ, ਅਸੀਂ ਇਮਾਨਦਾਰੀ ਨਾਲ ਸਾਰੇ ਕਰ ਰਹੇ ਹਾਂ, ਬਹੁਤ ਅੱਛੇ ਤਰੀਕੇ ਨਾਲ ਹੋਏਗਾ ਇਹ। ਜਿਸ ਤਰ੍ਹਾਂ ਮੈਂ ਦੱਸਦਾ ਜਾਵਾਂ, ਭਾਈ ਰੇਸ਼ਮ ਸਿੰਘ ਉਹਨਾਂ ਨੇ ਗੱਲ ਕੀਤੀ ਹੈ ਵੀ ਸਿੱਖ ਫॉर ਫਰੀडम ਜੋ ਇੱਕ ਜਥੇਬੰਦੀ ਨੂੰ ਕਹਿ ਲਓ, ਭਾਵੇਂ ਇੱਕ ਤੁਸੀਂ ਸੰਸਥਾ ਕਹਿ ਲਓ, ਭਾਵੇਂ ਇੱਕ ਸਿੱਖਾਂ ਦੇ ਨਾਂ ਦੇ ਕੰਮ ਕਰਨ ਵਾਸਤੇ ਇੱਕ ਨਾਂ ਕਹਿ ਲਓ, ਇਹਦੀ ਇੱਕ ਸਭ ਤੋਂ ਵੱਡੀ ਜਿਹੜੀ ਵਿਸ਼ੇਸ਼ਤਾ ਇਹ ਹੈ ਕਿ ਇਸ ਦਾ ਕੋਈ ਮੁਖੀ ਨਹੀਂ ਹੈ। ਜਿਸ ਵਿਅਕਤੀ ਨੇ ਜੋ ਵੀ ਕੰਮ ਕਰਨਾ ਉਹ ਐਜ ਏ ਸੇਵਾਦਾਰ ਉਸ ਵਿੱਚ ਕੰਮ ਕਰੇਗਾ, ਉਹ ਆਪਣਾ ਕੰਮ ਕਰਕੇ ਉਹ ਆਪਣੀ ਜਗ੍ਹਾ ਤੇ ਜਾਵੇਗਾ ਤੇ ਉਹਦੇ ਵਿੱਚ ਕੋਈ ਇਸ ਤਰ੍ਹਾਂ ਦਾ ਅਹੁਦਾ ਨਹੀਂ ਜਿਸ ਤਰ੍ਹਾਂ ਪਹਿਲਾਂ ਆਪਾਂ ਨੂੰ ਇਸ ਤਰ੍ਹਾਂ ਅੜਚਣਾਂ ਆਈਆਂ ਵੀ ਆਪ ਜਥੇਬੰਦੀ ਮੁਖੀ ਬਣ ਜਾਂਦੇ ਨੇ, ਆਪੇ ਪ੍ਰਧਾਨ ਬਣ ਜਾਂਦੇ ਨੇ। ਸਿੱਖ ਕੌਮ ਤੇ ਜੋ ਇਹ ਦੁਖਾਂਤ ਹੈ, ਇਸ ਵਿੱਚ ਜਿਹੜੀ ਗੱਲ ਕਰਦੇ ਤੇ ਤੁਸੀਂ ਵੀ ਇਹ ਗੱਲ ਕੀਤੀ ਹੈ, ਜਤਿੰਦਰਵੀਰ ਸਿੰਘ ਨੇ ਵੀ ਗੱਲ ਕੀਤੀ ਹਿਊਮਨ ਰਾਈਟਸ ਦੀ, ਜੋ ਮਨੁੱਖੀ ਅਧਿਕਾਰਾਂ ਦੀ। ਜਦੋਂ ਮਨੁੱਖੀ ਅਧਿਕਾਰਾਂ ਦੀ ਗੱਲ ਆਉਂਦੀ ਹੈ, ਉੱਥੇ ਸਿੱਖ, ਹਿੰਦੂ, ਮੁਸਲਮਾਨ, ਕ੍ਰਿਸਚਨ ਦਾ ਕੋਈ ਰਾਹ ਨਹੀਂ ਰਹਿ ਜਾਂਦਾ। ਉੱਥੇ ਇੱਕ ਇਨਸਾਨੀਅਤ ਦੇ ਨਾਤੇ ਜਿਹੜਾ ਉਸ ਰਾਹ ਦੇ ਵਿੱਚ ਜ਼ੁਲਮ ਦੇ ਵਿਰੁੱਧ ਜੋ ਆਵਾਜ਼ ਜਿਹੜੀ ਬੁਲੰਦ ਕਰਨ ਵਾਸਤੇ ਹਰ ਇੱਕ ਵਿਅਕਤੀ ਨੂੰ ਜੋ ਇੱਕ ਜਿਹਦੇ ਮਨ ਦੇ ਵਿੱਚ ਇੱਕ ਤੜਪ ਹੈ ਇਨਸਾਨੀਅਤ ਦੇ ਨਾਤੇ, ਉਹਨੂੰ ਉੱਥੇ ਪਹੁੰਚਣ ਦਾ ਉਹਦਾ ਫਰਜ਼ ਬਣਦਾ। ਉਹ ਪਹੁੰਚੇ ਵੀ। ਸਿੱਖ ਹਮੇਸ਼ਾ ਹੀ ਜਿਹੜਾ ਦਰਦੀ ਨੇ ਉਹਨਾਂ ਦੇ ਨਾਲ ਜਾ ਕੇ ਮੋਢੇ ਨਾਲ ਮੋਢਾ ਲਾ ਕੇ ਖੜਿਆ। ਭਾਈ ਬਲਵੀਰ ਸਿੰਘ ਦੀ ਮੈਂ ਤੁਹਾਡੇ ਕੋਲੋਂ ਪੁੱਛਣਾ ਚਾਹਾਂਗਾ, ਤੁਸੀਂ ਸਿੱਖ ਸੰਗਤਾਂ ਨੂੰ ਸਿੱਖ ਚੈਨਲ ਦੇ ਜ਼ਰੀਏ ਕਿਹੜਾ ਸੰਦੇਸ਼ ਦਿਓਗੇ ਜਿਹੜੀਆਂ ਵੱਧ ਤੋਂ ਵੱਧ ਸੰਗਤਾਂ ਉੱਥੇ ਪਹੁੰਚਣ? ਕਿਸ ਤਰ੍ਹਾਂ ਤੁਸੀਂ ਆਪਣੇ ਹੋਰ ਉਪਰਾਲੇ ਕਰਦੇ ਹੋ ਤੇ ਸੰਗਤਾਂ ਨੂੰ ਉੱਥੇ ਪਹੁੰਚਣ ਵਾਸਤੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਇਹ ਤਾਂ ਸੰਗਤਾਂ ਨੂੰ ਇਹ ਕਹਾਂਗੇ ਵੀ ਜਿੰਨੇ ਵੀ ਨਾਨਕ ਦੇ ਲੇਵਾ ਸਿੱਖ ਹੈ ਆਪਣੇ ਸਾਰੇ ਨੂੰ ਉੱਥੇ ਪਹੁੰਚਣਾ ਚਾਹੀਦਾ, ਕਿਉਂਕਿ ਇਹ ਇਕੱਲੇ ਦਾ ਕੰਮ ਨਹੀਂ ਗਾ, ਇਹ ਗੁਰੂ ਦਾ ਕੰਮ ਹੈ। ਗੁਰੂ ਦੇ ਦਰ ਤੇ ਅਟੈਕ ਹੋਇਆ ਸੀ, ਉੱਥੇ ਗੁਰੂ ਦੇ ਦਰ ਤੇ ਸਾਰੇ ਗਏ ਸੀ। ਜੇ ਤਾਂ ਆਪਾਂ ਸਿੱਖ ਹੈ, ਆਪਾਂ ਗੁਰੂ ਨੂੰ ਭੈ ਕਰਦੇ, ਗੁਰੂ ਨੂੰ ਮੰਨਦੇ ਆ, ਫਿਰ ਤਾਂ ਆਪਾਂ ਨੂੰ ਸਾਰਿਆਂ ਨੂੰ ਆਉਣਾ ਚਾਹੀਦਾ। ਕਈ ਬੰਦੇ ਇੱਦਾਂ ਦੇ ਵੀ ਹੈਗੇ ਆ ਹੁਣ ਜਿਨ੍ਹਾਂ ਨੇ ਗਲਤ ਪ੍ਰਚਾਰ ਵੀ ਕਰਨਾ ਇਸ ਕੰਮ ਤੇ, ਇਹਨਾਂ ਦੀ ਸੋਚੀ ਰੱਬ ਨੇ ਸੋਚੀ ਉੱਦਾਂ ਦੀ ਬਖਸ਼ੀ ਆ ਬਈ। ਬਾਕੀ ਤਾਂ ਇਹੀ ਆ ਵੀ ਸਾਰਿਆਂ ਨੂੰ ਆਉਣਾ ਚਾਹੀਦਾ ਵੀ ਵੱਧ ਤੋਂ ਵੱਧ ਹਰੇਕ ਗੁਰਦੁਆਰਿਆਂ 'ਚੋਂ ਸਾਰਿਆਂ ਨੂੰ ਬੱਸਾਂ ਕਰਨੀਆਂ ਚਾਹੀਦੀਆਂ। ਜਿੰਨੇ ਵੀ ਹਮਵਰਗ ਹੈ ਜਾਂ ਬਰਲੀਨ ਹੈ, ਜਿੱਥੇ ਵੀ ਹੈਗੇ ਆ ਆਪਣੇ ਸਿੰਘ ਗੁਰੂ ਨੂੰ ਮੰਨਦੇ ਆ। ਉਹ ਗੁਰੂ ਦੇ ਦਰ ਤੇ ਅਟੈਕ ਹੋਇਆ ਸੀ 1984 ਦੇ ਵੇਲੇ, ਕਿਸੇ ਦੇ ਆਪਣੇ ਘਰ ਦੀ ਲੜਾਈ ਨਾਲ ਸੀ। ਸੰਤ ਜਰਨੈਲ ਸਿੰਘ ਕਿਸੇ ਲਈ ਨਹੀਂ ਅਸ ਉੱਥੇ ਬੈਠੇ, ਭਾਈ ਅਮਰੀਕ ਸਿੰਘ ਹੁਣੀ ਕਿਸੇ ਲਈ ਨਾ ਸੋ ਬੈਠੇ ਉੱਥੇ। ਜਿੰਨੇ ਵੀ ਸਿੰਘ ਸ਼ਹੀਦ ਹੋਇਆ, ਅਸੀਂ ਉਹਨਾਂ ਦੇ ਪੂਰਨਿਆਂ ਦੇ ਤਦੇ ਚੱਲ ਸਕਦੇ ਹਾਂ ਜੇ ਸਾਡੇ ਮਨ 'ਚ ਕੋਈ ਸ਼ਰਧਾ ਕਿ ਅਸੀਂ ਕਿਸੇ ਪ੍ਰੋਗਰਾਮ 'ਤੇ ਪਹੁੰਚਾਂਗੇ। ਹਰੇਕ ਬੰਦਿਆਂ ਨੂੰ ਇਹੀ ਹੈ, ਜਿਹਨੇ ਪੁਰਾਣੇ ਜਥੇਬੰਦੀਆਂ ਦੇ ਬੰਦੇ ਘਰੇ ਵੀ ਬੈਠੇ ਆ, ਉਹਨਾਂ ਨੂੰ ਵੀ ਸੋਚਣਾ ਚਾਹੀਦਾ ਵੀ ਅਸੀਂ ਪਹਿਲਾਂ ਕੀਤਾ ਕੀ ਸੀ ਤਾਂ ਹੁਣ ਕੀ ਕਰ ਰਹੇ ਆ। ਬਿਲਕੁਲ।
ਜਿੰਨੇ ਪੁਰਾਣੇ ਜਥੇਬੰਦੀਆਂ ਦੇ ਬੰਦੇ ਆ ਜਿਨ੍ਹਾਂ ਨੇ ਉਹਨਾਂ ਸ਼ਹੀਦਾਂ ਦੇ ਨਾਂ ਤੇ ਪਾਸਪੋਰਟ ਲੈ ਕੇ ਤੇ ਹੁਣ ਘਰੀ ਬੈਠੇ ਦਾ ਬੁੱਕਣਾ ਮਾਰ ਕੇ ਕੋਈ ਲੋੜ ਨਹੀਂ ਕਿ ਕਿਸੇ ਗੱਲ ਦੀ ਉਹਨਾਂ ਨੂੰ ਸੋਚਣਾ ਚਾਹੀਦਾ ਵੀ ਲੋਕਾਂ ਦੇ ਪੁੱਤ ਸ਼ਹੀਦ ਕਰਾਉਣੇ ਸੀ ਤੇ ਉਹਦੇ ਪਾਸਪੋਰਟਾਂ ਦੇ ਲਈ ਨਹੀਂ ਬੈਠੇ। ਆਪਾਂ ਤਾਂ ਸਾਰਿਆਂ ਨੂੰ ਉੱਥੇ ਪਹੁੰਚਣਾ ਚਾਹੀਦਾ ਤੇ ਇਸ ਸੰਘਰਸ਼ ਦੇ ਵਿੱਚ ਤੁਰਨਾ ਚਾਹੀਦਾ, ਨਾ ਕਿ ਉਹਨਾਂ ਦਾ ਸਾਥ ਛੱਡਣਾ ਚਾਹੀਦਾ। ਜਿਹੜੇ ਸੰਘਰਸ਼ ਦੇ ਮੋਹਰੇ ਬੰਦੇ ਤੁਰੇ ਆ ਉਹਨਾਂ ਨੂੰ ਮੋਢੇ ਨਾਲ ਮੋਢਾ ਲਾ ਕੇ ਤੁਰਨਾ ਚਾਹੀਦਾ ਤੇ ਮੁਜ਼ਾਹਰੇ ਦੇ ਵਿੱਚ ਵੱਧ ਤੋਂ ਵੱਧ ਪਹੁੰਚਣਾ ਚਾਹੀਦਾ, ਕਿਉਂਕਿ ਬਾਹਰਲੇ ਮੁਲਕਾਂ 'ਚ ਤਦੇ ਪਤਾ ਲੱਗ ਸਕਦਾ ਵੀ ਸਿੱਖ ਇਕੱਠੇ ਆ। ਬਿਲਕੁਲ ਸਿੱਖਾਂ ਨੂੰ ਜਿੱਥੇ ਭਾਈ ਜਿਸ ਤਰ੍ਹਾਂ ਬਲਬੀਰ ਸਿੰਘ ਨਾਲ ਗੱਲ ਕੀਤੀ ਹੈ, ਸਿੱਖਾਂ ਨੂੰ ਵੱਧ ਤੋਂ ਵੱਧ ਇਸ ਪ੍ਰੋਗਰਾਮ ਦੇ ਵਿੱਚ ਜੋ 30 ਜੂਨ 1984 30ਵੀਂ ਵਰ੍ਹੇਗੰਢ ਉਸ ਦਿਖਾਂਤ ਨੂੰ ਜੋ ਅਜੇ ਵੀ ਜ਼ਖਮ ਉਸ ਤਰ੍ਹਾਂ ਹੀ ਰਿਸ ਰਹੇ ਨੇ, ਉਸ ਤਰ੍ਹਾਂ ਹੀ ਤੜਪ ਸਿੱਖਾਂ ਦੇ ਮਨਾਂ ਦੇ ਵਿੱਚ ਜਿਹੜੇ ਕਿਸੇ ਕਾਰਨਾਂ ਕਰਕੇ ਸਿੰਘ ਇਸ ਮੂਵਮੈਂਟ ਤੋਂ ਜਾਂ ਇਸ ਆਜ਼ਾਦੀ ਦੀ ਗੱਲ ਤੋਂ ਜਾਂ ਇਸ ਸੰਘਰਸ਼ ਤੋਂ ਥੋੜਾ ਕਿਨਾਰਾ ਕਰ ਗਏ ਨੇ, ਭਾਵੇਂ ਕੋਈ ਨਿੱਜੀ ਮਜਬੂਰੀਆਂ ਨੇ, ਪਰ ਅਸੀਂ ਉਹਨਾਂ ਨੂੰ ਵੀ ਹੱਥ ਜੋੜ ਕੇ ਬੇਨਤੀ ਕਰਦੇ ਹਾਂ ਕਿ ਉਹ ਸਿੱਖ ਸੰਘਰਸ਼ ਨਾਲ ਸਿੱਖਾਂ 'ਚ ਹੋ ਰਹੇ ਜ਼ੁਲਮ ਨਾਲ ਆਪਣੇ ਬਣਦਾ ਫਰਜ਼ ਨੂੰ ਨਿਭਾਉਣ। ਮੈਂ ਗੱਲ ਕਰਦੀ ਚਾਹਾਂਗਾ ਭਾਈ ਜਗਜੀਤ ਸਿੰਘ ਸੰਧੂ ਸਾਹਿਬ, ਤੁਸੀਂ ਨੌਜਵਾਨ ਹੋ, ਤੁਸੀਂ ਕਿਸ ਤਰ੍ਹਾਂ ਆਪਣੇ ਨੌਜਵਾਨਾਂ ਨੂੰ ਇਹ ਸੁਨੇਹਾ ਦੇਣਾ ਚਾਹੁੰਦੇ ਹੋ ਕਿ ਜੂਨ 1984 ਵਿੱਚ ਜੋ ਹੋਇਆ ਹੈ ਕੀ ਇਹਨੂੰ ਅਸੀਂ ਭੁੱਲ ਸਕਦੇ ਹਾਂ ਜਾਂ ਭੁੱਲ ਜਾਵਾਂਗੇ? ਸਾਡੇ ਕੀ ਫਰਜ਼ ਨੇ, ਅਸੀਂ ਕੀ ਕਰਨਾ ਹੈ? ਜੋ ਆਪਾਂ ਮੁਜ਼ਾਹਰਾ ਕਰ ਰਹੇ ਹਾਂ ਬਰਲਿਨ ਦੇ ਵਿੱਚ ਆਪਣੇ ਬਰਸਲ ਦੇ ਵਿੱਚ 14 ਜੂਨ ਨੂੰ, ਤੇ ਉਹਦੇ ਬਾਰੇ ਤੁਸੀਂ ਨੌਜਵਾਨਾਂ ਨੂੰ ਆਪਣੇ ਹਾਣੀਆਂ ਨੂੰ ਕੀ ਸੁਨੇਹਾ ਦੇਵੋਗੇ? ਮੈਂ ਤਾਂ ਕਹਿਣਾ ਚਾਹੁੰਦਾ ਵੀ ਸਾਰਿਆਂ ਨੂੰ ਆਉਣਾ ਚਾਹੀਦਾ ਵੀ ਕੌਮ ਦਾ ਮਸਲਾ ਹੈ ਵੀ ਆਪਾਂ ਨੇ ਹੱਲ ਹੀ ਕਰਨਾ ਹੈ ਵੀ ਅਸੀਂ ਅਗਲੇ ਪਨੀਰੇ ਆ ਫਿਰ ਅਸੀਂ ਸਾਹਮਣਾ ਇਹ ਕਾਰਜਾਂ ਨੂੰ, ਬਸ ਇਹੀ ਆ, ਸਾਰਿਆਂ ਨੂੰ ਆਉਣਾ ਚਾਹੀਦਾ ਹੈ। ਬਿਲਕੁਲ ਸਿੱਖ ਕੌਮ ਦਾ ਨੌਜਵਾਨੀ, ਸਿੱਖ ਕੌਮ ਦਾ ਭਵਿੱਖ ਹੈ, ਜਿਹਨੇ ਆਪਣੀ ਕੌਮ ਨੂੰ ਫਿਰ ਇੱਕ ਨਵੀਂ ਸੇਧ ਦੇਣੀ ਹੈ। ਜੇ ਇਹਨਾਂ ਨੂੰ ਇਤਿਹਾਸ ਬਾਰੇ ਨਹੀਂ ਪਤਾ, ਜੇ ਇਹਨਾਂ ਨੂੰ ਆਪਣੇ ਹੋਈਆਂ ਪ੍ਰਤੀਕਿਆਂ ਦੇ ਬਾਰੇ ਨਹੀਂ ਪਤਾ, ਤੇ ਇਹ ਕਿਸ ਤਰ੍ਹਾਂ ਆਪਣੀ ਕੌਮ ਨੂੰ ਸੇਧ ਦੇਣਗੇ? ਭਾਈ ਜਤਿੰਦਰਵੀਰ ਸਿੰਘ ਜੀ, ਮੁੜ ਕੇ ਫਿਰ ਮੈਂ ਤੁਹਾਡੇ ਵੱਲ ਆਉਣਾ ਚਾਹੁੰਦਾ ਕਿ ਆਪਣੇ ਤਕਰੀਬਨ 7-8 ਮਿੰਟ ਦਾ ਸਮਾਂ ਬਾਕੀ ਆ। ਅਖੀਰਲੇ ਰਾਊਂਡ ਦੇ ਵਿੱਚ ਆਪਾਂ ਸਿੱਖ ਸੰਗਤਾਂ ਨੂੰ ਹੋਰ ਤੁਸੀਂ ਕਿਹੜੀ ਬੇਨਤੀ ਕਰਨੀ ਚਾਹੁੰਦੇ ਹੋ? ਤੇ ਜੋ ਬਰਲਿਨ ਆਪਣਾ ਬਰਸਲ ਦੇ ਵਿੱਚ ਆਪਾਂ ਮੁਜ਼ਾਹਰਾ ਕਰਨ ਜਾ ਰਹੇ ਹਾਂ 14 ਜੂਨ ਨੂੰ ਦਿਨ ਸ਼ਨੀਚਰਵਾਰ 1 ਵਜੇ ਤੋਂ ਲੈ ਕੇ 4 ਵਜੇ ਤੱਕ, ਜੋ ਮੁਜ਼ਾਹਰਾ ਸਿੱਖ ਸੰਗਤਾਂ ਵੱਲੋਂ ਯੂਰਪ ਦੀਆਂ ਸੰਗਤਾਂ ਵੱਲੋਂ ਲਿਖਿਆ ਗਿਆ, ਉਹਦੇ ਵਿੱਚ ਸੰਗਤਾਂ ਨੂੰ ਪਹੁੰਚਣ ਦੀ ਅਪੀਲ ਜਾਂ ਤੁਸੀਂ ਆਪਣੇ ਵੱਲੋਂ ਅਖੀਰਲਾ ਸੁਨੇਹਾ ਇਸ ਪ੍ਰੋਗਰਾਮ ਦਾ? ਬਿਲਕੁਲ, ਦੇਖੋ ਮੈਂ ਸਿੱਖ ਕੌਮ ਨੂੰ ਬਹੁਤ ਹੱਥ ਜੋੜ ਕੇ ਬੇਨਤੀ ਕਰਦਾ ਹਾਂ। ਕਈ ਵੇਲੇ ਸਾਡੇ ਕਈ ਵੀਰ ਤਰਕ ਦਿੰਦੇ ਆ ਕਿ ਅੱਜ ਕੱਲ੍ਹ ਇੰਟਰਨੈਟ ਦਾ ਯੁੱਗ ਹੈਗਾ ਆ, ਇਲੈਕਟ੍ਰੋਨਿਕ ਮੀਡੀਆ ਦਾ ਯੁੱਗ ਹੈ, ਅਸੀਂ ਕਈ ਚੀਜ਼ਾਂ ਘਰ ਬੈਠ ਕੇ ਵੀ ਕਰ ਸਕਦੇ ਹਾਂ। ਬਿਲਕੁਲ ਕਰਨੀਆਂ ਚਾਹੀਦੀਆਂ, ਜਿਸ ਤਰ੍ਹਾਂ ਫੇਸਬੁੱਕ ਹੈਗਾ, ਟਵਿੱਟਰ ਹੈਗਾ। ਸਾਨੂੰ ਹੋਰ ਇੰਟਰਨੈਟ ਮੀਡੀਆ ਨੂੰ ਯੂਜ਼ ਕਰਨਾ ਚਾਹੀਦਾ ਜੋ ਸਿੱਖ ਕੌਮ ਦੀਆਂ ਸਮੱਸਿਆਵਾਂ ਹੈਗੀਆਂ, ਔਰ ਇਹ ਹਮੇਸ਼ਾ ਸਾਡਾ ਸੰਘਰਸ਼ ਚੱਲਦਾ ਰਹਿਣਾ ਚਾਹੀਦਾ। ਪਰ ਕੁਝ ਪੜਾਅ ਸਾਡੇ ਇਹੋ ਜਿਹੇ ਹੁੰਦੇ ਨੇ ਸੰਘਰਸ਼ ਦੇ ਜਿੱਥੇ ਸਾਨੂੰ ਆਪਣਾ ਵਰਕ ਤਾਂ ਅਸੀਂ ਘਰ ਜਿਹੜਾ ਕਰਦੇ ਉਹ ਤਾਂ ਕਰਨਾ ਹੀ ਕਰਨਾ ਉਹਦੇ ਖਿਲਾਫ, ਗੌਰਮੈਂਟ ਦੇ ਖਿਲਾਫ। ਪਰ ਜਦੋਂ ਅਸੀਂ ਉਸ ਇਕੱਠ ਨੂੰ ਵੱਡੇ ਰੂਪ ਦੇ ਵਿੱਚ ਦਿਖਾਲਦੇ ਹਾਂ ਦੁਨੀਆ ਦੇ ਸਾਹਮਣੇ, ਤੇ ਦੁਨੀਆ ਦੇ ਮੁਲਕ ਵੀ ਇਹ ਦੇਖਦੇ ਆ ਕਿ ਇਸ ਕੌਮ ਦੇ ਉੱਪਰ ਵਾਕਿਆ ਹੀ ਜ਼ੁਲਮ ਹੋਇਆ ਹੈਗਾ, ਤੇ ਜੇ ਅਸੀਂ ਆਪਣੇ ਉਸ ਹੋਏ ਹੋਏ ਜ਼ੁਲਮ ਨੂੰ ਇੱਕ ਬਹੁਤ ਵੱਡੇ ਰੂਪ ਦੇ ਵਿੱਚ ਔਰ ਬਹੁਤ ਪ੍ਰਭਾਵਸ਼ਾਲੀ ਰੂਪ ਦੇ ਵਿੱਚ, ਇਕੱਠ ਦੇ ਰੂਪ ਦੇ ਵਿੱਚ ਦੱਸਾਂਗੇ, ਤੇ ਉਹਨਾਂ ਮੁਲਕਾਂ ਦੇ ਉੱਪਰ ਸਾਡਾ ਪ੍ਰਭਾਵ ਪਊਗਾ ਕਿ ਇਹ ਇੱਕ ਕੌਮ ਹੈਗੀ ਆ ਜਿਹਨੇ ਹਿੰਦੁਸਤਾਨ ਦੇ ਵਿੱਚ ਸੰਤਾਪ ਭੋਗ ਰਹੀ ਆ, ਔਰ ਇਹਦੇ ਵੱਲ ਸਾਡਾ ਧਿਆਨ ਜਾਣਾ ਚਾਹੀਦਾ ਹੈਗਾ ਆ। ਔਰ ਦੂਸਰੀ ਗੱਲ ਜਿਹੜੀ ਯੂਰਪੀਅਨ ਮੁਲਕਾਂ ਨੂੰ ਤਾਂ ਅਸੀਂ ਦੱਸਣੀ ਹੈ ਜੀ। ਦੂਜਾ, ਕਈ ਸਾਡੇ ਆਪਣੇ ਵੀਰ ਵੀ ਜਿਸ ਤਰ੍ਹਾਂ ਪੰਜਾਬ ਦੀ ਧਰਤੀ ਦੇ ਉੱਪਰ ਉਹਨਾਂ ਦਾ ਪੂਰਾ ਜ਼ੋਰ ਲੱਗਾ ਹੋਇਆ, ਜਿਸ ਤਰ੍ਹਾਂ ਆਪਾਂ ਆਪਣੇ ਕਹਿੰਦੇ ਕਹਾਉਂਦੇ ਜਿਹੜੀ ਪੰਥਕ ਜਮਾਤ ਹੈਗੀ ਆ ਅਕਾਲੀ ਦਲ, ਉਹ ਵੀ ਸਿਰਫ ਇੱਕ ਵੋਟਾਂ ਤੱਕ ਭਾਜੀ ਇਸ ਦੁਖਾਂਤ ਦਾ ਇਸਤੇਮਾਲ ਕਰਦੀ ਹੈਗੀ ਆ, ਲੇਕਿਨ ਉਹਦਾ ਜਿਹੜਾ ਮੇਨ ਜ਼ੋਰ ਲੱਗਾ ਹੋਇਆ ਕਿ ਇਸ ਦੁਖਾਂਤ ਨੂੰ ਸਿੱਖ ਕੌਮ ਭੁੱਲ ਜਾਵੇ, ਤੇ ਅਸੀਂ ਉਹਨਾਂ ਨੂੰ ਵੀ ਦੱਸਣਾ ਹੈਗਾ ਕਿ ਸਿੱਖ ਕੌਮ ਇਸ ਦੁਖਾਂਤ ਨੂੰ ਨਹੀਂ ਭੁੱਲੀ ਹੈਗੀ। ਦੂਸਰੀ ਗੱਲ, ਜੋ ਹੁਣ ਆਪਣੇ 16 ਤਰੀਕ ਨੂੰ ਹਿੰਦੁਸਤਾਨ ਦੀ ਰਾਜਨੀਤੀ ਦੇ ਵਿੱਚ ਪਰਿਵਰਤਨ ਆਇਆ ਹੈਗਾ, ਜਿਹੜੀ ਇੱਕ ਨਵੀਂ ਉੱਥੇ ਤਾਕਤ ਹਿੰਦੁਸਤਾਨ ਦੀ ਸਰਕਾਰ ਬਣ ਕੇ ਉੱਭਰੀ ਹੈਗੀ ਆ, ਉਹ ਤਾਕਤ ਤਾਂ ਭਾਜੀ 500 ਸਾਲਾਂ ਦੀ ਸਾਡੀ ਦੁਸ਼ਮਣ ਹੈਗੀ ਆ, ਤੇ ਉਸ ਤਾਕਤ ਦਾ ਵੀ ਹੁਣ ਅਸੀਂ ਜਿਹੜਾ ਟੱਕਰਾ ਹੈਗਾ ਆ, ਇਹਦੇ ਵਾਸਤੇ ਵੀ ਸਿੱਖ ਕੌਮ ਨੂੰ ਇੱਕ ਲੰਬੀ ਰਣਨੀਤੀ ਦੇ ਤਹਿਤ ਹੁਣ ਬਹੁਤ ਇੱਕ ਗੰਭੀਰ ਸਮੱਸਿਆ ਦੇ ਇੱਕ ਹੋਰ ਪੜਾਅ ਦੇ ਵਿੱਚ ਸਿੱਖ ਕੌਮ ਪਹੁੰਚੀ ਹੈਗੀ ਆ, ਜਿਸ ਦਾ ਸਾਨੂੰ ਸਾਰਿਆਂ ਨੂੰ ਬੈਠ ਕੇ ਆਪਣੀ ਲੜਾਈ ਦਾ ਨਵੇਂ ਸਿਰਿਓਂ ਕਈ ਚੀਜ਼ਾਂ ਦੇ ਉੱਪਰ ਚਿੰਤਨ ਕਰਨੇ ਦੀ ਲੋੜ ਆ। ਇਹ ਜਿਹੜਾ ਆਉਣ ਵਾਲਾ ਸਮਾਂ ਹੈਗਾ ਹੈ ਹਿੰਦੁਸਤਾਨ ਦੀ ਘੱਟ ਗਿਣਤੀਆਂ ਦੇ ਉੱਪਰ ਬਹੁਤ ਭਿਆਨਕ ਸਮਾਂ ਹੈਗਾ ਆ। ਭਾਈ ਪ੍ਰਤਾਪ ਸਿੰਘ ਜੀ, ਤੁਸੀਂ ਜੋ 14 ਜੂਨ ਵਾਲਾ ਪ੍ਰੋਗਰਾਮ ਲਿਖਿਆ ਹੋਇਆ ਯੂਰਪ ਪਾਰਲੀਮੈਂਟ ਦੇ ਸਾਹਮਣੇ ਬਰਸਲ ਦੇ ਵਿੱਚ, ਉਹਦੇ ਵਿੱਚ ਸੰਗਤਾਂ ਨੂੰ ਕੀ ਸੁਨੇਹਾ ਦਿਓਗੇ? ਬਾਜਾਂ ਵਾਲਿਆ ਕਰਾਂ ਕੀ ਸਿਫਤ ਤੇਰੀ, ਕਰ ਸਕੇ ਨਾ ਕਲਮ ਬਿਆਨ ਮੇਰੀ, 4 ਵਾਰ ਕੇ 5 ਤਿਆਰ ਕੀਤੇ, ਤੰਬੂ ਵਿੱਚ ਝਟਕਾਵੇ ਕਿਰਪਾਨ ਤੇਰੀ। ਦਾਨੀ ਪੁੱਤਰਾਂ ਦਾ ਪੰਥ ਸਜਾਉਣ ਵਾਲਾ,
ਜ਼ੁਲਮ ਦੀ ਖਾਤਰ ਚੱਲੇ ਤਲਵਾਰ ਤੇਰੀ। ਸਿੱਖ ਕੌਮ ਨੂੰ ਹਮੇਸ਼ਾ ਹੀ ਇਹ ਫਖਰ ਮਹਿਸੂਸ ਰਹਿੰਦਾ, ਆਪਣੇ 4 ਵਾਰ ਕੇ 5 ਤਿਆਰ ਕਰਕੇ ਸਿੱਖ ਕੌਮ ਨੂੰ ਅਗਵਾਈ ਦੇ ਕੇ ਗਏ। ਅੱਜ ਆਪਾਂ ਆਪਣੇ ਸਵਾਰਥਾਂ ਤੋਂ ਉੱਤੇ ਉੱਠ ਕੇ ਆਪਾਂ ਇਸ ਮੁਜ਼ਾਹਰੇ ਨੂੰ ਪੂਰੀ ਯੋਗਤਾ, ਪੂਰੀ ਦਲੇਰੀ ਦੇ ਨਾਲ ਹਰ ਹੀਲੇ ਇਹਨੂੰ ਸਫਲਤਾ ਬਖਸ਼ੀਏ। ਤੇ ਇੰਨਾ ਹੀ ਕੌਮ ਨੂੰ ਮੈਂ ਕਹਿਣਾ, ਤੇ ਆਉਣ ਵਾਲੇ ਸਮੇਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬਿਲਕੁਲ ਸਿੱਖਾਂ ਦੇ ਸਾਡੇ ਇੱਕ ਸਿੱਖ ਹੋਣ ਦੇ ਨਾਤੇ ਆਪਣੇ ਕੁਝ ਫਰਜ਼ ਨੇ, ਜਿਨ੍ਹਾਂ ਫਰਜ਼ਾਂ ਨੂੰ ਅਸੀਂ ਜਿੱਥੇ ਪਛਾਣਨਾ ਹੈ ਉੱਥੇ ਉਹਨਾਂ ਉੱਪਰ ਪਹਿਰਾ ਵੀ ਦੇਣਾ ਹੈ। ਇਹ ਪੰਥਕ ਜਥੇਬੰਦੀਆਂ ਜਿਨ੍ਹਾਂ ਨੂੰ ਅੱਜ ਤੁਸੀਂ ਇਸ ਸਕਰੀਨ ਤੇ ਦੇਖ ਰਹੇ ਹੋ, ਜਦੋਂ ਦਾ ਸੰਘਰਸ਼ 1984 'ਚ ਕੋਈ ਇਸ ਸੰਘਰਸ਼ ਵਿੱਚ ਆਇਆ, ਕੋਈ 1978 ਵਿੱਚ ਇਸ ਸੰਘਰਸ਼ ਵਿੱਚ ਆਇਆ, ਕੋਈ ਉਸ ਤੋਂ ਬਾਅਦ ਵਿੱਚ ਸੰਘਰਸ਼ ਵਿੱਚ ਆਇਆ, ਤੇ ਇਹਨਾਂ ਨੇ ਸਿੱਖ ਕੌਮ ਵਿੱਚ, ਪੰਜਾਬ ਵਿੱਚ ਕੀ, ਹਿੰਦੁਸਤਾਨ ਕੀ, ਦੁਨੀਆ ਦੇ ਕਿਸੇ ਵੀ ਕੋਨੇ ਵਿੱਚ ਹੋਇਆ ਸਿੱਖ ਕੌਮ ਨਾਲ ਧੱਕਾ ਇਹਨਾਂ ਨੇ ਇਸ ਤਰ੍ਹਾਂ ਮਹਿਸੂਸ ਕੀਤਾ ਜਿਵੇਂ ਇਹਨਾਂ ਪਿੰਡਾਂ ਦੇ ਉੱਪਰ ਆਪਸੀ ਰੇਟਾਂ ਵੱਜੀਆਂ ਹੋਣ। ਉਹਨਾਂ ਵਿੱਚ ਵੀ ਮੈਂ ਸਰਦਾਰ ਸਤਨਾਮ ਸਿੰਘ ਉਹਨਾਂ ਨੂੰ ਪੁੱਛਣਾ ਚਾਹਾਂਗਾ, ਭਾਈ ਸਾਹਿਬ ਜੀ, ਤੁਸੀਂ ਯੂਰਪ ਵਿੱਚ ਵੱਸਦੇ ਸਿੱਖਾਂ ਨੂੰ ਜੋ 14 ਜੂਨ ਦਾ ਮੁਜ਼ਾਹਰਾ ਰੱਖਿਆ ਪੰਥਕ ਜਥੇਬੰਦੀਆਂ ਵੱਲੋਂ ਇਕੱਤਰ ਹੋ ਕੇ, ਉਸ ਨੂੰ ਕਾਮਯਾਬ ਕਰਨ ਲਈ ਸਿੱਖਾਂ ਵਿੱਚ ਉਹ ਵਾਪਰੇ ਦੁਖਾਂਤ ਨੂੰ ਇੱਕ ਵਾਰੀ ਯੂਰਪ ਵਿੱਚ ਵੱਸਦੀ ਦੁਨੀਆ ਨੂੰ ਦੱਸਣ ਵਾਸਤੇ ਸਿੱਖਾਂ ਨਾਲ ਕਿੰਨਾ ਕੁਛ ਹਿੰਦੁਸਤਾਨ ਦੀ ਗੌਰਮੈਂਟ ਨੇ ਕੀਤਾ ਹੈ, ਤੇ ਉਸ ਵਜ੍ਹਾ ਨੂੰ ਕਾਮਯਾਬ ਕਰਨ ਵਾਸਤੇ ਤੁਸੀਂ ਸਿੱਖ ਸੰਗਤ ਨੂੰ ਕੀ ਕਹੋਗੇ? ਜੋ ਜ਼ੁਲਮ ਦਾ ਅਤਿਆਚਾਰ ਜੋ ਹੋਇਆ ਉਹ ਤਾਂ ਸਾਰਿਆਂ ਨੂੰ ਹੁਣ ਪਤਾ ਆ, ਤੇ ਇਸ ਕਰਕੇ ਜਿਹੜੇ ਯੂਰਪ ਦੇ ਸਿੱਖਾਂ ਨੂੰ, ਤਾਂ ਖਾਸ ਕਰ ਜਰਮਨ ਦੇ ਮੈਂ ਸਿੱਖਾਂ ਨੂੰ ਬੇਨਤੀ ਕਰਾਂਗਾ ਕਿ ਇਹ ਸਾਰੇ ਸਾਡੇ ਵੀਰ ਜਿਹੜੇ ਮੁੜ ਤੋਂ ਲੈ ਕੇ ਚੱਲੇ ਹੋਏ ਆ, ਜਿਹੜੇ ਭਾਵੇਂ ਕਿ ਥੋੜ੍ਹਾ ਕੋਈ ਕਿਸੇ ਕਾਰਨਾਂ ਕਰਕੇ ਥੋੜ੍ਹੇ ਖਾਮੋਸ਼ ਵੀ ਹੋਏ ਆ, ਉਹਨਾਂ ਸਾਰਿਆਂ ਵੀਰਾਂ ਨੂੰ ਵੀ ਸਾਡੀ ਬੇਨਤੀ ਆ ਕਿ ਉਹ ਇਸ ਮੁਜ਼ਾਹਰੇ ਦੇ ਵਿੱਚ ਜ਼ਰੂਰ ਪਹੁੰਚਣ, ਤਾਂ ਕਿ ਮਤਲਬ ਅਸੀਂ ਉਹਨਾਂ ਸ਼ਹੀਦਾਂ ਨੂੰ ਯਾਦ ਕਰ ਸਕੀਏ। ਔਰ ਉਹਨਾਂ ਦੇ ਪਾਏ ਹੋਏ ਪੂਰ ਨੇ ਜਿਹੜੀ ਗੱਲ ਸੰਤ ਜਰਨੈਲ ਸਿੰਘ ਜੀ ਭਿੰਡਰਾਂ ਵਾਲਿਆਂ ਨੇ ਕਹੀ ਸੀ ਕਿ ਜੇਕਰ ਹਿੰਦੁਸਤਾਨ ਦੀ ਗੌਰਮੈਂਟ ਸ੍ਰੀ ਹਰਿਮੰਦਰ ਸਾਹਿਬ 'ਤੇ ਅਟੈਕ ਕਰੇ ਤਾਂ ਉਸ ਦਿਨ ਸਮਝ ਲੈਣਾ ਕਿ ਜੋ ਖਾਲਿਸਤਾਨ ਦਾ ਨੀਂਹ ਪੱਥਰ ਰੱਖਿਆ ਜਾਵੇਗਾ। ਉਹਨਾਂ ਦੇ ਪਾਏ ਹੋਏ ਪੂਰਨਿਆਂ 'ਤੇ ਅਸੀਂ ਤਦੇ ਹੀ ਚੱਲ ਸਕਾਂਗੇ ਕਿ ਜਿਹੜਾ ਇਹ ਸੰਘਰਸ਼ ਹੈ, ਇਸ ਸੰਘਰਸ਼ ਨੂੰ ਅੱਗੇ ਲੈ ਕੇ ਵਧਿਆ ਜਾਣ ਲਈ, ਆਪਣੀ ਆਵਾਜ਼ ਨੂੰ ਉਠਾਉਣ ਦੇ ਲਈ ਸਾਡੇ ਕੋਲ ਇਹ ਇੱਕ ਮੀਡੀਆ ਦੇ ਰਾਹੀਂ ਇੱਕ ਬਹੁਤ ਵਧੀਆ ਹੀਲਾ। ਔਰ ਮੈਂ ਬਹੁਤ ਧੰਨਵਾਦ ਕਰਦਾ ਹਾਂ ਵੀ ਜਿਹੜੀ ਸਿੱਖ ਚੈਨਲ ਦੀ ਟੀਮ ਇੱਥੇ ਸਾਡੇ ਜਰਮਨ ਦੀ ਸਰਦਾਰ ਗੁਰਮੀਤ ਸਿੰਘ ਜੀ, ਔਰ ਇਹ ਮੇਰੇ ਵੀਰਾਂ ਦਾ ਇੱਕ ਬਹੁਤ ਵਧੀਆ ਉਪਰਾਲਾ ਆ ਕਿ ਜਿਨ੍ਹਾਂ ਨੇ ਆਪਣੀ ਕੌਮ ਦੀ ਗੱਲ ਕਰਨ ਦੇ ਲਈ ਅੱਜ ਸਾਨੂੰ ਸਾਰਿਆਂ ਨੂੰ ਆਪਣੀ ਕੌਮ ਦੇ ਵੀਰਾਂ ਨਾਲ, ਭੈਣਾਂ ਨਾਲ, ਆਪਣੇ ਸਰੋਤਿਆਂ ਦੇ ਨਾਲ ਸਾਨੂੰ ਸਾਡੀ ਆਵਾਜ਼ ਨੂੰ ਸਾਂਝਾ ਕੀਤਾ ਹੈ। ਮੈਂ ਸਾਰਿਆਂ ਦਾ ਬਹੁਤ ਧੰਨਵਾਦੀ ਹਾਂ ਔਰ ਰਿਣੀ ਹਾਂ, ਔਰ ਬੇਨਤੀ ਕਰਦਾ ਹਾਂ ਕਿ ਸਾਰੇ ਮੇਰੇ ਵੀਰ ਭੈਣ ਭਰਾ ਜਿੰਨੇ ਵੀ ਆ ਉਹ ਆਪਣਾ ਕੀਮਤੀ ਟਾਈਮ ਕੱਢ ਕੇ ਸਾਡੇ ਜਿਹੜੇ ਕਾਨੂੰਨ ਦੇ ਏਰੀਏ ਦੇ ਨੇੜੇ ਦੇ ਆ ਉਹ ਸਾਡੇ ਨਾਲ ਸੰਪਰਕ ਕਰਨ, ਔਰ ਬਾਕੀ ਦੇ ਸਾਰੇ ਵੀਰ ਜਿਹੜੇ ਜਾਣਦੇ ਆਪਣੇ ਸੋਰਸਾਂ ਦਾ ਜਾ ਸਕਦੇ ਆ ਉਹ ਜ਼ਰੂਰ ਪਹੁੰਚਣ। ਇਹਨਾਂ ਲਫ਼ਜ਼ਾਂ ਨਾਲ ਹੀ ਜੀ ਬਿਲਕੁਲ ਜੀ, ਆਪ ਜੀ ਧੰਨਵਾਦ, ਬਹੁਤ ਬਹੁਤ ਧੰਨਵਾਦ। ਗੁਰਬਾਣੀ ਵੀ ਇਹੀ ਗੱਲ ਕਹਿੰਦੀ ਹੈ, ਰਾਜ ਬਿਨਾ ਨਹੀਂ ਧਰਮ ਚਲੇ ਹੈ, ਧਰਮ ਬਿਨਾ ਸਭ ਦਲੇ ਮਲੇ ਹੈ। ਬਿਲਕੁਲ ਰਾਜ ਤੋਂ ਬਿਨਾ ਧਰਮ ਨਹੀਂ ਚੱਲਦਾ। ਜੇ ਅੱਜ ਰਾਜ ਮੁਗਲਾਂ ਦਾ ਹੁੰਦਾ ਤੇ ਜੰਜੂ ਅੱਜ ਵੀ ਲੈਣੇ ਸੀ, ਤੇ ਉਦੋਂ ਤੱਕ ਜੰਜੂ ਲੈਂਦੇ ਰਹੇ ਜਦੋਂ ਤੱਕ ਉਹਨਾਂ ਦਾ ਰਾਜ ਨਹੀਂ ਸੀ। ਅੱਜ ਉਹਨਾਂ ਦਾ ਰਾਜ ਆ, ਉਹਨਾਂ ਨੇ ਹੱਥ ਆਪਣੇ ਦਸਤਾਰਾਂ ਵਾਲੂ ਕੀਤੇ ਨੇ। ਜੇ ਦਸਤਾਰਾਂ ਬਰਕਰਾਰ ਰੱਖਣੀਆਂ ਤਾਂ ਆਪਣੇ ਸਿੱਖ ਰਾਜ ਦੀ ਆਪਾਂ ਨੂੰ ਹੋਂਦ ਦੁਬਾਰਾ ਮੁੜ ਪ੍ਰਾਪਤ ਕਰਨੀ ਪਊਗੀ, ਹੋਂਦ ਵਿੱਚ ਆਉਣਾ ਪਊਗਾ। ਜੇ ਸਿੱਖੀ ਨੂੰ, ਸਰਦਾਰੀ ਨੂੰ, ਦਸਤਾਰ ਨੂੰ ਬਰਕਰਾਰ ਰੱਖਣਾ, ਗੁਰੂ ਗ੍ਰੰਥ ਸਾਹਿਬ ਨੂੰ ਬਰਕਰਾਰ ਰੱਖਣਾ ਹੈ, ਤੇ ਇਸ ਨੂੰ ਇਹਦੇ ਵਾਸਤੇ ਸਾਨੂੰ ਇਸ ਤਰ੍ਹਾਂ ਦੇ ਉਪਰਾਲੇ ਕਰਨੇ ਪੈਣਗੇ। ਅਸੀਂ ਕਿਵੇਂ ਆਪਣੇ ਉਸ ਜਿਹੜਾ ਸਾਤੋਂ ਖੁੱਸਿਆ ਹੋਇਆ ਰਾਜ ਉਹ ਵਾਪਸ ਕਿੱਦਾਂ ਅਸੀਂ ਲੈਣਾ, ਇਹਦੇ ਵਾਸਤੇ ਸਾਨੂੰ ਰਣਨੀਤੀ ਤਿਆਰ ਕਰਨੀ ਪਊ। ਜਥੇਦਾਰ ਰੇਸ਼ਮ ਸਿੰਘ ਜੀ, ਤੁਸੀਂ ਅਖੀਰ ਵਿੱਚ ਕੀ ਕਹਿਣਾ ਚਾਹੁੰਦੇ ਹੋ ਸਿੱਖ ਸੰਗਤਾਂ ਨੂੰ ਇਸ ਸੰਦੇਸ਼ ਵਾਸਤੇ ਜੋ 14 ਤਰੀਕ ਨੂੰ ਆਪਾਂ ਮੁਜ਼ਾਹਰਾ ਕਰ ਰਹੇ ਹਾਂ, ਉਹਦੇ ਬਾਰੇ ਤੁਹਾਡਾ ਕੀ ਸੰਦੇਸ਼ ਹੈ ਅੱਜ ਦੇ ਪ੍ਰੋਗਰਾਮ? ਮੇਰੇ ਤੋਂ ਪਹਿਲਾਂ ਮੇਰੇ ਵੀਰਾਂ ਨੇ ਬਹੁਤ ਸੋਹਣੀ ਬੇਨਤੀ ਕਰ ਦਿੱਤੀ। ਮੈਂ ਸਿੱਖ ਸੰਗਤਾਂ ਨੂੰ ਇਹ ਬੇਨਤੀ ਕਰਨੀ ਚਾਹੁੰਦਾ ਹਾਂ, ਅੱਜ ਤੋਂ ਹੀ ਆਪਣੇ ਗੁਰਦੁਆਰੇ ਪ੍ਰਬੰਧਕਾਂ ਨੂੰ ਆਪਣੇ ਨਾਂ ਲਿਖਾ ਦਿਓ, ਤੇ ਪ੍ਰਬੰਧਕਾਂ ਨੂੰ ਵੀ ਬੇਨਤੀ ਹੈ ਇਮਾਨਦਾਰੀ ਨਾਲ ਉੱਥੇ ਟਰਾਂਸਪੋਰਟ ਦਾ ਸਾਰਾ ਅਰੇਂਜ ਕਰੋ। ਹਰੇਕ ਮਾਈ ਭਾਈ ਦਾ ਇਹ ਫਰਜ਼ ਹੈ, ਇਹ ਆਪਣਾ ਫਰਜ਼ ਸਮਝੋ। ਸਾਨੂੰ ਇਹ ਸੇਵਾ ਗੁਰੂ ਪਾਤਸ਼ਾਹ ਨੇ ਬਖਸ਼ੀ। ਅਸੀਂ ਹਾਰਾ ਨਾਰਾ ਮਾਰ ਸਕਦੇ ਹਾਂ, ਕਈ ਜਗ੍ਹਾ ਇਹ ਵੀ ਪਾਬੰਦੀਆਂ ਆ, ਹਾਰਾ ਨਾਰਾ ਮਾਰਨਾ ਵੀ ਔਖਾ ਹੋਇਆ ਆ, ਲੇਕਿਨ ਸਾਡੇ ਤੇ ਕਿਰਪਾ, ਯਾਦ ਮੁਲਕਾਂ 'ਚ ਰਹਿ ਰਹੇ, ਆਪਣੀ ਆਵਾਜ਼ ਨੂੰ ਬੁਲੰਦ ਕਰ ਸਕਦੇ ਹਾਂ। ਇਸ ਮੁਜ਼ਾਹਰੇ 'ਚ ਵੱਧ ਚੜ੍ਹ ਕੇ ਆਓ ਕਿ ਦੁਸ਼ਮਣ ਨੂੰ ਵੀ ਦੱਸ ਸਕੀਏ ਕਿ 30 ਸਾਲ ਤੋਂ ਬਾਅਦ ਵੀ ਅਸੀਂ ਇਹ ਉਸ ਦਰਦ ਨੂੰ ਭੁੱਲੇ ਨਹੀਂ। ਜਿੱਦਾਂ ਸਾਨੂੰ ਆਪਣਾ ਆਜ਼ਾਦ ਰਾਜ ਖਾਲਿਸਤਾਨ ਨਹੀਂ ਮਿਲਦਾ, ਅਸੀਂ ਇਸ ਸੰਘਰਸ਼ ਜਾਰੀ ਰੱਖਾਂਗੇ। ਇਹਨਾਂ ਬੇਨਤੀਆਂ ਦੇ ਨਾਲ ਹੀ ਅਸੀਂ ਆਸ ਕਰਦੇ ਹਾਂ ਵੀ ਸੰਗਤਾਂ ਵੱਧ ਤੋਂ ਵੱਧ ਜਿਹੜੀਆਂ ਵੱਧ ਚੜ੍ਹ ਕੇ ਪਹੁੰਚੋ, ਆਪਣੇ ਗਿੱਲੇ ਸ਼ਿਕਵੇ ਦੂਰ ਕਰਕੇ ਇਹ ਜਿਹੜਾ ਸਿੱਖ ਫੋਰ ਫਰੀडम
ਇਹ ਆਪਾਂ ਨੂੰ ਪਲੇਟਫਾਰਮ ਮਿਲਿਆ, ਇਹ ਤੁਹਾਡਾ ਆਪਣਾ ਸਾਰਿਆਂ ਦਾ ਆ, ਇਹਦੇ ਥੱਲੇ ਆਪਾਂ ਸਾਰਿਆਂ ਨੇ ਕੰਮ ਕਰਨਾ। ਮੇਰੀ ਇਹ ਬੇਨਤੀ ਹੈ ਜੀ। ਬਸ ਖਾਲਸਾ ਫਤਿਹ। ਭਾਈ ਚੰਦਰਬੀਰ ਸਿੰਘ ਜੀ, ਮੀਡੀਆ ਦਾ ਯੁੱਗ ਹੈ, ਹਾਂਜੀ ਤੁਸੀਂ ਸਿੱਖ ਫॉर ਫਰੀडम ਜੋ ਮੁਜ਼ਾਹਰਾ ਕਰਨ ਜਾ ਰਹੇ ਹੋ, ਹਾਂਜੀ ਜੇ ਕਿਸੇ ਨੇ ਤੁਹਾਡੇ ਨਾਲ ਸੰਪਰਕ ਕਰਨਾ ਹੋਵੇ ਜਾਂ ਈਮੇਲ ਲਿਖਣੀ ਹੋਵੇ, ਤਾਂ ਤੁਹਾਡਾ ਈਮੇਲ ਐਡਰੈਸ ਜ਼ਰੂਰ ਜਾਂਦੇ ਦੱਸਦੇ ਜਾਓ। ਬਿਲਕੁਲ। ਦੇਖੋ ਜੀ, ਫੇਸਬੁੱਕ ਉੱਪਰ ਇਸ ਦਾ ਪੇਜ ਵੀ ਬਣਿਆ ਹੈਗਾ ਸਿੱਖਸ ਫॉर ਫਰੀडम ਦੇ ਨਾਂ ਦੇ ਉੱਪਰ। ਜੀ, ਅੱਜ ਤੋਂ ਜਿੰਨੀ ਵੀ ਸਾਡੀ ਕੋਈ ਵੀ ਅਪਡੇਟ ਹੋਏਗੀ ਉਸ ਦੇ ਉੱਪਰ ਚੜ੍ਹਦੀ ਸਿੱਖ ਰਹੇਗੀ। ਫॉर ਫਰੀडम। ਰਾਣਾ ਵੀਰ ਜੀ ਨੂੰ ਵੀ ਬੇਨਤੀ ਕੀਤੀ ਹੈਗੀ ਆ ਵੀ ਕੋਈ ਆਉਂਦਾ ਤੁਹਾਡੇ ਕੋਲ, ਕਿਸੇ ਵੀਰ ਕੋਲ ਕੋਈ ਮੈਟਰ ਆਉਂਦਾ, ਉਹਦੇ ਉੱਪਰ ਚੜਾਓ। ਸਿੱਖਸ ਫॉर ਫਰੀडम ਨਾਂ ਦੇ ਫੇਸਬੁੱਕ ਦੇ ਉੱਪਰ ਪੇਜ ਬਣਿਆ ਹੈਗਾ ਇਸ ਦਾ। ਠੀਕ ਹੈ। ਸੁੱਖੀ ਸੰਗਤਾਂ ਨੂੰ ਅਸੀਂ ਬੇਨਤੀ ਕਰਦੇ ਹਾਂ ਵੀ ਜਿਸ ਨੇ ਵੀ ਜਾਣਕਾਰੀ ਲੈਣੀ ਹੈ ਜਾਂ ਆਪਣੇ ਉਸ ਪ੍ਰੋਗਰਾਮ ਵਿੱਚ ਹੋਰ ਕੀ ਚੰਗੇ ਤਰੀਕੇ ਨਾਲ ਕੀਤਾ ਜਾ ਸਕਦਾ ਹੈ, ਸੁਝਾਅ ਦੇਣ ਵਾਸਤੇ, ਉੱਥੇ ਪਹੁੰਚਣ ਵਾਸਤੇ ਅਪੀਲ, ਜਾਂ ਕੋਈ ਤੁਹਾਨੂੰ ਜਾਣਕਾਰੀ ਚਾਹੀਦੀ ਹੈ ਉਹਦੇ ਵਾਸਤੇ ਸਿੱਖ ਫॉर ਫਰੀडम ਉਹਦੇ ਉੱਪਰ ਜਾ ਕੇ ਤੁਸੀਂ ਸਾਨੂੰ ਈਮੇਲ ਕਰ ਸਕਦੇ ਹੋ। ਤੇ ਉਸ ਤੋਂ ਬਾਅਦ ਪ੍ਰੋਮੋ ਵੀ ਸਾਡੀ 1-2 ਦਿਨਾਂ ਵਿੱਚ ਚੱਲ ਜਾਣੀ ਹੈ। ਉਸ ਵਿੱਚ ਟੈਲੀਫੋਨ ਨੰਬਰ ਦਿੱਤੇ ਗਏ ਨੇ ਬਰਸਲ ਦੇ, ਜਿਹੜੇ ਵੀਰ ਉੱਥੇ ਸਾਰਾ ਇੰਤਜ਼ਾਮ ਕਰ ਰਹੇ ਨੇ, ਤੁਸੀਂ ਉਹਨਾਂ ਨਾਲ ਸੰਪਰਕ ਕਰਕੇ ਇਸ 30 ਸਾਲ ਦੇ ਵਾਪਰੇ ਦੁਖਾਂਤ ਨੂੰ ਫਿਰ ਦੁਬਾਰਾ ਉਸੇ ਤਰ੍ਹਾਂ ਹੀ, ਜਿਸ ਤਰ੍ਹਾਂ ਸਾਡੇ ਹਿਰਦਿਆਂ ਵਿੱਚ ਅਜੇ ਵੀ ਤੜਫ ਹੈ, ਈਮੇਲ ਵੀ ਲਿਖ ਲਓ ਜੀ। ਈਮੇਲ ਦੱਸੋ। for freedom, six for freedom ਜੀ @yahoo.de। ਇੱਕ ਵਾਰ ਫਿਰ ਦੁਬਾਰਾ ਬੋਲ ਦਿਓ ਤੁਸੀਂ। six for freedom ਜੀ @yahoo.de। ਤੁਸੀਂ ਇਸ ਈਮੇਲ ਐਡਰੈਸ ਉੱਪਰ ਵੀ ਆਪਣੇ ਸੁਝਾਅ ਤੇ ਇਨਫੋਰਮੇਸ਼ਨ ਲੈ ਦੇ ਸਕਦੇ ਹੋ। ਇਸ ਅੱਜ ਦੇ ਪ੍ਰੋਗਰਾਮ ਵਿੱਚ ਹੋਈਆਂ ਭੁੱਲਾਂ ਚੁੱਕਾਂ ਜਿੱਥੇ ਤੁਹਾਡੇ ਕੋਲੋਂ ਖਿਮਾ ਚਾਹੁੰਦੇ ਆ, ਉੱਥੇ ਆਏ ਪਤਵੰਤੇ ਸੱਜਣਾ ਦਾ ਭਾਈ ਜਗਜੀਤ ਸਿੰਘ ਨੌਜਵਾਨ, ਭਾਈ ਸੰਧੂ ਸਾਹਿਬ, ਭਾਈ ਬਲਵੀਰ ਸਿੰਘ ਜੀ, ਭਾਈ ਰੇਸ਼ਮ ਸਿੰਘ, ਭਾਈ ਸਤਨਾਮ ਸਿੰਘ, ਭਾਈ ਪ੍ਰਤਾਪ ਸਿੰਘ, ਭਾਈ ਜਤਿੰਦਰਵੀਰ ਸਿੰਘ ਸਮੇਤ ਆਏ ਸਮੁੱਚੇ ਸੱਜਣਾ ਦਾ ਅਸੀਂ ਇੱਕ ਚੱਲਿਆ ਕਦਮ ਸਾਡੇ ਸਿਰ ਮੱਥੇ ਰਿਣੀ ਹੈ, ਜਿਨ੍ਹਾਂ ਨੇ ਪੰਥ ਵਾਸਤੇ ਲੰਬਾ ਸਮਾਂ ਇਹ ਸੰਘਰਸ਼ ਕੀਤਾ ਤੇ ਕਰ ਰਹੇ ਨੇ। ਸਾਡੇ ਆਪਣੇ ਸਾਰਿਆਂ ਦੇ ਫਰਜ਼ ਬਣਦੇ ਆ ਵੀ ਆਓ ਆਪਾਂ ਸਿੱਖ ਕੌਮ ਉੱਪਰ ਉਹ ਬੀਤੇ ਦੁਖਾਂਤ ਜੂਨ 1984 ਨੂੰ ਇਹ ਭੁੱਲਿਆ ਵੀ ਨਹੀਂ ਜਾ ਸਕਦਾ, ਨਾ ਹੀ ਭੁਲਾਇਆ ਜਾ ਸਕਦਾ ਹੈ। ਇਹ ਭੁਲਾਇਆ ਉਦੋਂ ਜਾ ਸਕਦਾ ਜਦੋਂ ਉਹਨਾਂ ਸ਼ਹੀਦਾਂ ਦੀ ਜੋ ਸੋਚ ਸੀ, ਉਹ ਸੋਚ ਬਿਲਕੁਲ ਸਾਡੇ ਸਾਹਮਣੇ ਆ ਕੇ ਉਸ ਰੂਪ ਵਿੱਚ ਸਿੱਖ ਕੌਮ ਦਾ ਆਪਣਾ ਆਜ਼ਾਦ ਘਰ ਦੁਖਾਂਤ ਭੁੱਲ ਸਕਦਾ ਹੈ। ਪਰ ਉਹਨਾਂ ਦੀ ਜੋ ਸੋਚ ਹੈ, ਜਿੰਨੀ ਦੇਰ ਤੱਕ ਉਹ ਸੋਚ ਸਾਡੇ ਸਾਹਮਣੇ ਇੱਕ ਅਮਲੀ ਰੂਪ ਵਿੱਚ ਸਾਹਮਣੇ ਨਹੀਂ ਆਉਂਦੀ, ਉਨੀ ਦੇਰ ਤੱਕ ਸਾਡੇ ਇਹ ਜੇ ਮਨ ਉੱਪਰ ਜੋ ਤੜਫ ਹੈ ਇਹ ਇਸੇ ਤਰ੍ਹਾਂ ਹੀ ਬਣੀ ਰਹੇਗੀ। ਸਮੁੱਚੇ ਪ੍ਰੋਗਰਾਮ ਵਿੱਚ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ, ਸਾਰੇ ਸੱਜਣਾਂ ਨੂੰ ਮੁੜ ਕੇ ਫਿਰ ਫਤਿਹ ਦੀ ਸਾਂਝ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।